सतनाम श्री वाहिगुरु साहिब जीओ। सर्वं प्राणं सर्वं त्राणं सर्वं भुगता सर्वं जुगता सर्वं देवं सर्वं देवं सर्वं काले सर्वं पाले सर्वं देवं सर्वं देवं सर्वं काले सर्वं पाले। वाहिगुरु जी का खालसा वाहिगुरु जी की फतेह। परम सत्कार ते सन्मानयोग चवर छत्र तखत दे मालक जुग जुग अटल सर्व सांझी वालता दे पैगंबर दीन अते दुनिया दे राखे मनुखता दे सांझे रहबर गुरता गद्दी ते सुभाईमान हल्त पलत के रखे साहिबे कमाल साहिबे जमाल रोशने चिराग साहिबे बरकत राज अनुराज पान अनुपान देवान देव उपमा महान धन 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 साहिब श्री गुरु ग्रंथ साहिब जी महाराज। सतगुरां दी अपार कृपा बख्शिश रहमत दा सदका आप सर्वत माई भाई गुरसिख संगत हर रोज की तरह अमृत वेले दे दीवाना गुरुद्वारा सिंह शहीदां सुहाना शहीदां दे पावन पवित्र स्थान दे उपर गुरु दरबार दियां हाजरियां भर के अकाल पुरख वाहिगुरु परमेश्वर वालों मिलिया होया मनुखा जीवन सफल कर रहे हो, बड़भागे हो। बहुत प्यार सत्कार नाल आपियां ने हजूरी रागी जथे दी पावन पवित्र रसना तो आसा जी की वार दे कीर्तन श्लोक शब्द चक्के पौड़ियां छंतां समेत सरवण कीते ने। उपरंत सतगुरां ने महान बख्शिश करते हुए सानू कथा राही गुरमुत विचारां दी सांझ पाउण दा समां भी बख्शिया। धन धन साहिब श्री गुरु गोबिंद सिंह साहब सच्चे पातशाह जी दी पावन पवित्र मुबारक रसना मुबारक मुखार दिन तो उचारण कीते हुए श्री जाप साहब की बाणी जिहदी असीं गुरमत दी रोशनी विच विचार करके अकाल पुरख वाहिगुरु परमात्मा दे जुगो जुग अटल जिहड़े नियम सिद्धांत ने उन्हां नाल जुड़न दा उन्हां नूं समझण दा यतन कर रहे हैं। वाहिगुरु दीयां सिफतां करदे करदे वाहिगुरु नाल नेड़ता हो रही है। उस वाहिगुरु के गुण सानू धन श्री गुरु गोबिंद सिंह साहब पातशाह दस रहे ने। जिस अकाल पुरख की सिफत विच तुर की बाणी उचारण की गई उसे अकाल पुरख की सिफत धन श्री गुरु गोबिंद सिंह साहब पातशाह अपनी बाणी दे विच अपनी रसना तो उचारण कर रहे हैं। असीं गुरु घर आउंदे आ सिखण वास्ते समझण वास्ते कमाउण वास्ते जीवन नूं सफल करने वास्ते। कई बार मंशा यह भी हुंदी है कि गुरु कोल आया सुखां की प्राप्ति हो। जीवन का कोई भी पल मिनट सकेंड इहो जिहा ना होवे जिहड़ा दुखां विच लंघे, सुखां विच लंघना चाहिए। संसार दे विच कई बार कोशिश की कि कोई ना कोई मिले साडे दुख वंडावे,
ਕਿਸੇ ਨਾਲ ਆਪਾਂ ਕਹਿੰਦੇ ਹਾਂ ਗੱਲ ਕਰੀਏ ਮਨ ਹਲਕਾ ਹੋ ਜਾਂਦਾ ਹੈ, ਪਰ ਉਹ ਇਲਾਜ ਨਹੀਂ। ਕੋਈ ਇਨਸਾਨ ਰੋ ਕੇ ਕਹਿੰਦਾ ਮੇਰਾ ਮਨ ਹਲਕਾ ਹੋ ਜਾਂਦਾ, ਪਰ ਉਹ ਇਲਾਜ ਨਹੀਂ। ਔਰ ਸੰਸਾਰ ਵਿੱਚ ਤਾਂ ਮਹਾਰਾਜ ਕਹਿੰਦੇ ਜਦੋਂ ਤੁਸੀਂ ਕਿਸੇ ਨਾਲ ਦੁੱਖ ਸਾਂਝਾ ਕਰਨ ਦਾ ਯਤਨ ਕਰੋਗੇ, ਜਿਹਦੇ ਕੋਲੇ ਦੁੱਖ ਬਿਆਨ ਕਰੋਗੇ, ਤੁਹਾਨੂੰ ਲੱਗੇਗਾ ਇਹ ਥੋੜਾ ਸੁਖੀ ਲੱਗਦਾ, ਚਲੋ ਆਪਣੀ ਗੱਲ ਇਹਦੇ ਨਾਲ ਰੱਖੀਏ, ਇਹਦੇ ਅੱਗੇ ਸਾਂਝੀ ਕਰੀਏ ਆਪਣੀ ਗੱਲ। ਜਦੋਂ ਉਹਦੇ ਅੱਗੇ ਤੁਸੀਂ ਆਪਣੀ ਗੱਲ ਰੱਖਣੀ ਹੈ, ਫਿਰ ਹੋਣਾ ਕੀ ਹੈ? ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਸਿਓ ਪਏ। ਉਹਨੇ ਤੁਹਾਡੇ ਨਾਲੋਂ ਵੱਡੀ ਪੰਡ ਦੁੱਖਾਂ ਦੀ ਆਪਣੀ ਖੋਲ ਲੈਣੀ, ਔਰ ਉਹਦੀ ਪੰਡ ਵਿੱਚ ਸੁੱਖ ਨਾ ਨਿਕਸਿਓ ਕੋਈ, ਇੱਕ ਵੀ ਸੁੱਖ ਨਹੀਂ ਨਿਕਲਣਾ। ਜਿਸ ਮਨ ਪਹਿ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ। ਜਿਸ ਮਨੁੱਖ ਕੋਲ, ਜਿਸ ਇਨਸਾਨ ਕੋਲ ਕੋਈ ਇਨਸਾਨ ਆਪਣਾ ਦੁੱਖ ਸਾਂਝਾ ਕਰਕੇ ਮਨ ਹੌਲਾ ਕਰਨਾ ਚਾਹੁੰਦਾ, ਸੋ ਆਪਣੇ ਦੁੱਖ ਭਰਿਆ। ਉਹ ਆਪ ਵੀ ਪਹਿਲਾਂ ਬੜੇ ਦੁੱਖਾਂ ਨਾਲ ਭਰਿਆ ਹੋਇਆ। ਉਹ ਕਹਿੰਦਾ ਤੇਰੇ ਦੁੱਖ ਦਾ ਕੁਛ ਵੀ ਨਹੀਂ, ਤੂੰ ਮੇਰੀ ਗੱਲ ਸੁਣ ਪਹਿਲਾਂ, ਮੇਰੇ ਜੀਵਨ 'ਚ ਵੇਖ ਕੀ ਕੁਛ ਵਾਪਰਿਆ। ਫਿਰ ਇਨਸਾਨ ਨੂੰ ਲੱਗਦਾ ਵੀ ਬਸ ਆਪਣੀ ਆਪਣੀ ਪੰਡ ਸੰਭਾਲੀਏ। ਆਪਾਂ ਤਾਂ ਲੱਗਿਆ ਸੀ ਵੀ ਕੁਛ ਕੁ ਭਾਰ ਇਹਨੂੰ ਚੁਕਾ ਦੇਵਾਂਗੇ, ਤਾਂ ਆਪਣੇ ਨਾਲੋਂ ਭਾਰੀ ਪੰਡ ਚੁੱਕੀ ਫਿਰਦਾ। ਇੱਕ ਵਾਰ ਮਹਾਤਮਾ ਬੁੱਧ ਨੇ ਕਿਹਾ, ਇੱਕ ਨਗਰ ਦੇ ਵਿੱਚ ਹੋਕਾ ਦਿੱਤਾ ਕਿ ਬਾਹਰਲੇ ਪਾਸੇ ਮਹਾਤਮਾ ਬੁੱਧ ਬੈਠੇ ਆ, ਸਾਰੇ ਲੋਕ ਆਪੋ ਆਪਣੇ ਦੁੱਖਾਂ ਦੀਆਂ ਪੰਡਾਂ ਲੈ ਕੇ ਆ ਜਾਓ। ਬੜੀ ਵੱਡੀ ਆਫਰ ਦਿੱਤੀ ਗਈ ਤੇ ਲੋਕ ਆਪੋ ਆਪਣੀਆਂ ਪੰਡਾਂ ਲੈ ਕੇ ਦੌੜੇ। ਸਭ ਨੇ ਦੁੱਖਾਂ ਦੀਆਂ ਪੰਡਾਂ ਬੰਨ੍ਹ ਕੇ ਰੱਖੀਆਂ। ਮਹਾਤਮਾ ਬੁੱਧ ਕਹਿੰਦੇ ਵੀ ਜਿਹੜੀ ਪੰਡ ਕੋਈ ਤੁਹਾਨੂੰ ਛੋਟੀ ਲੱਗਦੀ ਹੈ, ਹਲਕੀ ਲੱਗਦੀ ਹੈ, ਉਹ ਲੈ ਜਾਓ। ਜਦੋਂ ਆਪਣੀਆਂ ਪੰਡਾਂ ਰੱਖ ਕੇ ਦੂਜੀਆਂ ਚੱਕ ਕੇ ਤੁਰਨ ਲੱਗੇ, ਉਹ ਆਪਦੀ ਪੰਡ ਨਾਲੋਂ ਵੀ ਭਾਰੀਆਂ ਲੱਗੀਆਂ। ਜਿਹਨੂੰ ਹਲਕੀ ਸਮਝਿਆ, ਜਿਹਨੂੰ ਛੋਟੀ ਸਮਝਿਆ, ਉਹ 'ਚ ਦੁੱਖ ਭਾਵੇਂ ਥੋੜੇ ਪਰ ਭਾਰੇ ਬਹੁਤ ਸੀ, ਵੱਡੇ ਦੁੱਖ ਸੀ। ਸਭ ਨੇ ਆਪੋ ਆਪਣੀਆਂ ਪੰਡਾਂ ਜਿਹੜੀਆਂ ਚੁੱਕੀਆਂ ਉੱਥੇ ਰੱਖੀਆਂ ਤੇ ਆਪੋ ਆਪਣੀਆਂ ਚੱਕ ਕੇ ਵਾਪਸ ਚੱਲ ਪਏ। ਕਹਿੰਦੇ ਘੱਟੋ ਘੱਟ ਆਪਣੇ ਦੁੱਖਾਂ ਦਾ ਪਤਾ ਤਾਂ ਹੈ ਨਾ, ਹੈ ਕੀ? ਕਿਸੇ ਦੇ ਦੁੱਖ ਦਾ ਤਾਂ ਪਤਾ ਹੀ ਨਹੀਂ ਸ਼ੁਰੂ ਕਿੱਥੋਂ ਹੋਇਆ। ਆਪਦੇ ਦੁੱਖਾਂ ਦੀ ਸਾਨੂੰ ਸਮਝ ਤਾਂ ਹੈ ਨਾ ਵੀ ਇਹ ਦੁੱਖ ਕਿਵੇਂ ਆਇਆ ਤੇ ਇਹਨੇ ਠੀਕ ਕਿਵੇਂ ਹੋਣਾ। ਫਿਰ ਇਹੋ ਜੀ ਜਦੋਂ ਅਵਸਥਾ ਹੋ ਜਾਏ, ਇਹੋ ਜਿਹਾ ਜੀਵਨ ਹੋ ਜਾਏ, ਹਰ ਪਾਸੇ ਦੁੱਖ, ਹਰ ਪਾਸੇ ਠੋਕਰਾਂ, ਕਿਤੋਂ ਸੁੱਖ ਦੀ ਆਸ ਉਮੀਦ ਨਾ ਹੋਵੇ, ਇਨਸਾਨ ਨਿਰਾਸ਼ ਹੋ ਜਾਏ। ਫਿਰ ਇਹੋ ਜਿਹਾ ਨਿਰਾਸ਼ ਹੋਇਆ ਮਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਲੋਂ, ਇੱਥੇ ਤੁਸੀਂ ਘੰਟਾ ਖੜ ਕੇ ਅਰਦਾਸ ਕਰੀ ਜਾਓ, ਸਤਿਗੁਰਾਂ ਨੇ ਨਹੀਂ ਕਹਿਣਾ ਵੀ ਬਸ ਮੈਂ ਤੇਰੀ ਗੱਲ ਸੁਣ ਲਈ, ਤੇਰੀ ਗੱਲ ਸਮਝ ਲਈ, ਤੂੰ ਆਪਣਾ ਮਨ ਹੌਲਾ ਕਰ, ਕੋਈ ਗੱਲ ਨਹੀਂ, ਮੈਨੂੰ ਕੋਈ ਫਰਕ ਨਹੀਂ। ਇੱਕ ਗੱਲ ਅਸੀਂ ਕਿੰਨੇ ਕਿੰਨੇ ਵਾਰ ਕਹਿੰਦੇ ਹਾਂ, ਸਤਿਗੁਰਾਂ ਨੂੰ ਤਾਂ ਵੀ ਉਸ ਗੱਲ ਦਾ ਕੋਈ ਫਰਕ ਨਹੀਂ, ਕੋਈ ਖਿਝ ਨਹੀਂ ਹੈ। ਇੱਕ ਗੱਲ ਅਸੀਂ ਹਰ ਰੋਜ਼ ਆ ਕੇ ਕਹਿੰਦੇ ਹਾਂ, ਸਤਿਗੁਰੂ ਉਸ ਗੱਲ ਤੋਂ ਵੀ ਨਹੀਂ ਖਿਝਦੇ। ਕਹਿੰਦੇ ਕੋਈ ਗੱਲ ਨਹੀਂ, ਮੇਰੇ ਕੋਲ ਨਹੀਂ ਗੱਲ ਕਰੇਗਾ ਤਾਂ ਹੋਰ ਕਿਹਦੇ ਕੋਲ ਕਰੇਗਾ, ਮੈਂ ਤੇਰੀਆਂ ਗੱਲਾਂ ਸੁਣਨ ਵਾਸਤੇ ਤਾਂ ਬੈਠਾ। ਜਦੋਂ ਇਨਸਾਨ ਨੇ ਆਪਣੇ ਦੁੱਖਾਂ ਦੀ ਲਿਸਟ ਮਹਾਰਾਜ ਸਾਹਿਬ ਦੇ ਅੱਗੇ ਬਿਆਨ ਕੀਤੀ, ਹੁਣ ਜਿਹੜਾ ਸਿਆਣਾ ਡਾਕਟਰ ਵੈਦ ਹੁੰਦਾ ਨਾ, ਉਹ ਰੋਗ ਦੇਖ ਕੇ ਤੇ ਰੋਗ ਦੀ ਜੜ ਵੱਲ ਨੂੰ ਤੁਰਦਾ ਵੀ ਇਹ ਲੱਗਿਆ ਕਿਉਂ ਹੈ। ਡਾਇਗਨੋਸਿਸ ਕਰਦਾ ਕਿ ਇਹ ਦੁੱਖ ਦੀ ਸ਼ੁਰੂਆਤ ਕਿੱਥੋਂ ਹੋਈ ਹੈ, ਤੇਰੇ ਸਰੀਰ ਵਿੱਚ ਇਹ ਬਿਮਾਰੀ ਆਈ ਕਿਵੇਂ। ਉਹ ਫਿਰ ਇੱਕ ਬਹੁਤ ਬੈਕ ਤੇ ਜਾ ਕੇ ਇੱਕ ਲੰਬੀ ਹਿਸਟਰੀ ਤੁਹਾਡੇ ਤੋਂ ਪੁੱਛਦਾ ਹੈ। ਫਿਰ ਉਹ ਗੱਲਾਂ ਚੋਂ ਗੱਲਾਂ ਫੜ ਕੇ ਸਮਝ ਲੈਂਦਾ ਵੀ ਇਹ ਦੁੱਖ ਦਾ ਕਾਰਨ, ਇਹ ਬਿਮਾਰੀ ਦਾ ਕਾਰਨ ਆ ਹੈ, ਹੁਣ ਤੇਰਾ ਹੱਲ ਹੋ ਜਾਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਦੋਂ ਦੁੱਖ ਸੁਣੇ ਤੇ ਪਾਤਸ਼ਾਹ ਕਹਿੰਦੇ ਪਹਿਲੀ ਗੱਲ ਤਾਂ ਇਹ ਸੁਣ, ਮੈਂ ਤੈਨੂੰ ਇਹ ਦੱਸਣਾ ਚਾਹੁੰਦਾ, ਇਹ ਭੇਦ ਦੱਸਣਾ ਚਾਹੁੰਦਾ, ਦੁੱਖ ਆਏ ਕਿਉਂ। ਤੂੰ ਦੁੱਖ ਤਾਂ ਆਪਣੇ ਦੱਸ ਦਿੱਤੇ, ਮੈਨੂੰ ਪਤਾ ਤੂੰ ਦੁਖੀ ਹੈ, ਪਰ ਦੁੱਖ ਲੱਗਿਆ ਕਿਉਂ, ਤੇਰੇ ਜੀਵਨ ਵਿੱਚ ਦੁੱਖ ਆਇਆ ਕਿਵੇਂ, ਇਹ ਭੇਦ ਨਹੀਂ ਕਿਸੇ ਨੇ ਦੱਸਣਾ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੱਸਦੇ ਆ। ਮਹਾਰਾਜ ਸਾਹਿਬ ਕਹਿੰਦੇ ਨੇ ਹਰ ਕੇ ਨਾਮ ਬਿਨਾ ਦੁੱਖ ਪਾਵੇ। ਸੁੱਖ ਦੇ ਸਾਧਨ ਹੋਣੇ ਇੱਕ ਵੱਖਰੀ ਗੱਲ ਹੈ, ਸੁੱਖ ਹੋਣਾ ਇੱਕ ਵੱਖਰੀ ਗੱਲ ਹੈ। ਦੋਨੇ ਗੱਲਾਂ ਧਿਆਨ ਵਿੱਚ ਰੱਖੇ।
ਸੁੱਖਾਂ ਦੇ ਸਾਧਨ ਜੀਵਨ ਵਿੱਚ ਹੋਣੇ ਇੱਕ ਵੱਖਰੀ ਚੀਜ਼ ਹੈ, ਲੇਕਿਨ ਜੀਵਨ ਵਿੱਚ ਸੁੱਖ ਹੋਣਾ ਇਹ ਇੱਕ ਵੱਖਰੀ ਚੀਜ਼ ਹੈ। ਹੁਣ ਸੁੱਖਾਂ ਦੇ ਸਾਧਨ ਤਾਂ ਇੱਕ ਰਾਜੇ ਕੋਲੇ ਬਹੁਤ ਨੇ। ਹੁਣ ਰਾਜੇ ਵਰਗੇ ਸੁੱਖਾਂ ਦੇ ਸਾਧਨ ਕਿਹਦੇ ਕੋਲੇ ਹੋਣਗੇ? ਚੰਗਾ ਮਹਿਲ ਹੈ, ਚੰਗੇ ਪਦਾਰਥ ਨੇ, ਧਨ ਮਾਲ ਸਬਾਬ, ਘੋੜੇ ਨੌਕਰ ਚਾਕਰ, ਕੋਈ ਕਮੀ ਹੈ? ਉਹਦੇ ਘਰ 'ਚ ਸੁੱਖਾਂ ਦੇ ਸਾਧਨ ਵੇਖੋਗੇ ਤਾਂ ਲੱਗੇਗਾ ਇਹਦੇ ਵਰਗਾ ਤਾਂ ਸੌਖਾ ਹੀ ਕੋਈ ਨਹੀਂ। ਪਰ ਇੰਨੇ ਸੁੱਖਾਂ ਦੇ ਸਾਧਨ ਹੋਣ ਤੋਂ ਬਾਅਦ ਕੀ ਉਹਦੇ ਜੀਵਨ 'ਚ ਸੁੱਖ ਹੈ ਜਾਂ ਨਹੀਂ, ਵੱਡੀ ਗੱਲ ਹੈ। ਇਹਨੂੰ ਨੀਂਦ ਆ ਜਾਂਦੀ ਹੈ ਰਾਤ ਨੂੰ ਕਿ ਨਹੀਂ? ਕਿਤੇ ਨੀਂਦ ਦੀਆਂ ਗੋਲੀਆਂ ਖਾ ਕੇ ਤਾਂ ਨਹੀਂ ਸੌਣਾ ਪੈਂਦਾ। ਇਹ ਨਿਰਭਉ ਜਾਂ ਨਿਰਵੈਰ ਦਾ ਇਹਦੇ ਵਿੱਚ ਗੁਣ ਹੈ ਕਿ ਨਹੀਂ, ਕਿ ਆਲੇ ਦੁਆਲੇ ਬਾਡੀਗਾਰਡ ਬਣਾ ਕੇ ਸੌਂਦਾ, ਖੜਾ ਕੇ ਸੌਂਦਾ? ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਤੈਨੂੰ ਕੋਈ ਰਾਜਾ ਸੌਖਾ ਲੱਗਦਾ ਤਾਂ ਫਿਰ ਰਾਜੇ ਦੀ ਕਹਾਣੀ ਮੈਂ ਦੱਸਣ ਲੱਗਿਆ। ਹੁਣ ਮਹਾਰਾਜ ਸਾਹਿਬ ਦੇ ਬਚਨ ਨੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਹੁਣ ਇਹ ਗੱਲ ਨਾ ਮੈਂ ਕਹਿ ਰਿਹਾ ਨਾ ਤੁਸੀਂ ਕਹਿ ਰਹੇ ਹੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਿਰਣਾ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਭਾਈ ਜੇ ਤੈਨੂੰ ਰਾਜੇ ਸੌਖੇ ਲੱਗਦੇ ਨੇ ਤਾਂ ਸਤਿਗੁਰੂ ਕਹਿੰਦੇ ਨੇ ਸੁੱਖਾਂ ਦੇ ਸਾਧਨ ਹੋ ਸਕਦੇ ਆ, ਪਰ ਮਨ ਕਰਕੇ ਸੁਖੀ ਮੈਨੂੰ ਨਜ਼ਰ ਨਹੀਂ ਆ ਰਹੇ। ਤੇ ਜੇ ਸੁਖੀ ਕੋਈ ਹੋਣਾ ਚਾਹੁੰਦਾ, ਹਰ ਕਾ ਨਾਮ ਜਪਤ ਹੋਏ ਸੁਖੀਆ, ਹਰ ਕੇ ਨਾਮ ਬਿਨਾਂ ਦੁੱਖ ਪਾਵੇ। ਤੇਰੇ ਦੁੱਖਾਂ ਦਾ ਕਾਰਨ ਇਹ ਆ ਤੂੰ ਪਰਮਾਤਮਾ ਨੂੰ ਭੁੱਲ ਗਿਆ, ਤੂੰ ਪਰਮੇਸ਼ਰ ਨੂੰ ਭੁੱਲ ਗਿਆ, ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਤੂੰ ਭੁੱਲ ਗਿਆ। ਤੇਰੇ ਦੁੱਖਾਂ ਦਾ ਕਾਰਨ ਇਹ ਹੈ। ਭਗਤ ਬਿਨਾ ਸਹਿਸਾ ਨਹਿ ਚੁੱਕਿਆ, ਗੁਰ ਇਹ ਭੇਦ ਬਤਾਵੇ। ਸਤਿਗੁਰੂ ਕਹਿੰਦੇ ਨੇ ਰੱਬੀ ਯਾਦ ਤੋਂ ਬਿਨਾ, ਪਰਮਾਤਮਾ ਦੀ ਇਬਾਦਤ ਤੋਂ ਬਿਨਾ ਤੇਰੇ ਜੀਵਨ ਵਿੱਚ ਸੁੱਖ ਨਹੀਂ ਆ ਸਕਦਾ। ਇਹ ਭੇਦ ਗੁਰ ਇਹ ਭੇਦ ਬਤਾਵੇ, ਇਹ ਭੇਦ ਗੁਰੂ ਦੱਸ ਰਿਹਾ ਕਿ ਤੇਰੇ ਦੁੱਖਾਂ ਦਾ ਮੂਲ ਕਾਰਨ ਕੀ ਹੈ। ਅੱਜ ਤੱਕ ਇਹ ਭੇਦ ਦੱਸਿਆ ਨਹੀਂ ਕਿਸੇ ਨੇ। ਉਹਨਾਂ ਨੇ ਇਧਰ ਉਧਰ ਦੀਆਂ ਗੱਲਾਂ ਕਰਕੇ, ਭਰਮਾ ਕੇ, ਗੁੰਮਰਾਹ ਕਰਕੇ ਪੈਸੇ ਲੈ ਲਏ, ਆਪਣੀ ਦੁਕਾਨਦਾਰੀ ਚਲਾਈ, ਪਰ ਦੁੱਖ ਤਾਂ ਉੱਥੇ ਦਾ ਉੱਥੇ ਹੀ ਖੜਾ ਰਿਹਾ। तो महाराज साहब कहते हर बिसरत सदा खुआरी, हर के नाम बिना दुख पावे, हर बिसरत सदा खुआरी। साडे खुआरी का कारण, साडे दुखों का कारण परमात्मा नूं भुलना, रब्बी याद नूं विसारना, परमेश्वर का शुकराना करना भुल जाना। ताको धोखा कहां व्यापै, जाको ओट तुहारी, बिन सिमरन जो जीवन बलना, सर्प जैसे अरजारी। बिना सिमरन तो तेरा जीवन सप की तरह, जिवें सप अपनी जहर नाल आप ही दुखी हो जाता है। इंसान नूं कोई दुखी नहीं करता, अपने औगणा करके आप ही दुखी हो जाता है। जीवन च औगणी इन्ने पैदा कर ले, जीवन च माड़े कर्म करके पापां दीयां पंडां इन्नियां भारियां चक लईयां, इहनूं कोई बाहरों दुखी नहीं कर रहा। हुण इहनूं अपने पाप, अपने माड़े कर्म, अपने औगण उही तंग कर रहे, जिवें सप नूं जहर तंग कर रहे। नव खंडन को राज कमावे, अंत चलै को हारिया। रब्बी फैसले ने, सारे गुरमत दे फैसले ने कि भाई रब्बी याद तो बिना 9 खंडां दा राजा भी होवे तां भी जीवन दी बाजी हार के जाएगा, तामें तो परमात्मा के घर बाजी हार के जाएगा। गुण निधान गुण तिन ही गाए, जापो कृपा धारी सो सुखिया। धन उस जन्मा नानक तिस बलिहारी। पातशाह कहते ओ सुखी है भाई, ओदा जीवन सुखी होएगा जिहदे जीवन विच परमात्मा की याद है, ओदा जन्म धन है, ओदा जीवन सुखी है। जिहड़ा अकाल पुरख के शुकराने में जुड़ गया, जिहड़ा उस परमात्मा की सिफत में जुड़ गया। नहीं तो इत्थे जे किसी नूं लगदा भी बहुते सुख दे साधन होण तां ही सुख मिलेगा, जे साडे कोले बहुते पदार्थ होणगे तां ही सुख मिलेगा। ते महाराज साहब ने यह भी दस दिता, सुख ना ही बहुते धन खाटे। बहुता धन तू इकट्ठा कर ले उहदे विच भी सुख नहीं, सुख ना ही पेका निरत नाटे। तो महाराज कहंदे बहुते जिहड़े नाटक नाच वेखिया भी तेरे जीवन नूं सुख नहीं मिलना। वो घंटा 2 घंटे तेरे दुखों वालों कोई ध्यान बदल सकदे आ, तेरा मन उदास होवे 10 मिनट तेनू हसा कढ़ा सकते हैं। अज इसे करके हास्यां दे प्रबंध इन्ने बंदे लई कीते गए आ, क्योंकि बंदा हस ही नहीं रहा। इहदे हासे गुम गए, इहदा चाह गुम गया। इन्ना कुछ होंदियां होया भी ये डिप्रैशन दे विच, चिंता दे विच कोई कमी नहीं, फिर भी चिंता ते डिप्रैशन है। अज तो 20-50 साल पिछे निगाह मार के वेखो, कच्चे घर हुंदे सी, खद्दर दे कपड़े हुंदे सी,
ਤੇ ਘਰਾਂ ਦੇ ਵਿੱਚ ਖਾਣੇ ਦਾਣੇ ਕਿੰਨੇ ਸਾਦੇ ਹੁੰਦੇ ਸਨ ਤੇ ਕਿਰਤ ਵਿਰਤ ਕਰਨ ਵਾਲੇ। ਕੋਈ ਘਰਾਂ ਦੇ ਵਿੱਚ ਇਦਾਂ ਦੇ ਭੇਦ ਭਾਵ ਨਹੀਂ ਸੀ। ਸਾਰਾ ਪਿੰਡ ਇੱਕ ਸੱਥ ਵਿੱਚ ਇਕੱਠਾ ਹੁੰਦਾ, ਕਿਸੇ ਦੇ ਦੁੱਖ ਸੁੱਖ ਹੋਣਾ ਸਾਰਿਆਂ ਨੇ ਝੱਟ ਇੱਕ ਦੂਜੇ ਦੇ ਕੰਮ ਆਉਣਾ। ਅੱਜ ਕਿੱਦਾਂ ਦੇ ਹਾਲਾਤ ਬਣੇ ਹੋਏ ਆ। ਅੱਜ ਆਪਣੇ ਸਕਿਆਂ ਤੋਂ ਇਨਸਾਨ ਜਿੰਨਾ ਡਰ ਰਿਹਾ, ਉਨਾ ਕਿਸੇ ਬਾਹਰਲੇ ਦੁਸ਼ਮਣ ਤੋਂ ਨਹੀਂ ਡਰ ਰਿਹਾ। ਅੱਜ ਜਿੰਨੀ ਤਕਲੀਫ ਆਪਣਿਆਂ ਤੋਂ ਆਪਣੇ ਨੂੰ ਹੋ ਰਹੀ ਆ, ਉਨੀ ਕਿਸੇ ਨੂੰ ਹੋਰ ਨਹੀਂ ਹੋ ਰਹੀ। ਅੱਜ ਮਾਹੌਲ ਬੜਾ ਬਦਲ ਗਿਆ ਔਰ ਇਸ ਗੱਲ ਦੇ ਸ਼ਿਕਾਰ ਵਿੱਚ ਕੋਈ ਇੱਕ ਦੂਸਰੇ ਨੂੰ ਨੀਵਾਂ ਕਰਨ ਵਾਸਤੇ ਇਹਨਾਂ ਚੱਕਰਾਂ ਕਰਕੇ ਲੋਕ ਆ ਸਿਆਣੇ ਤਾਕਤ ਤਵੀਤਾਂ ਵਾਲਿਆਂ ਦੇ ਮਗਰ ਚਲੇ ਜਾਂਦੇ ਤੇ ਉਹਨਾਂ ਦੀਆਂ ਤਾਂ ਦੁਕਾਨਦਾਰੀਆਂ ਨੇ। ਬਸ ਸਾਰੀ ਤੁਹਾਡੇ ਤੋਂ ਹਿਸਟਰੀ ਪੁੱਛ ਲੈਣੀ ਆ, ਫਿਰ ਇੱਕ ਦੂਜੇ ਦੇ ਨਾਮ ਨਾਲ ਹੀ ਗੁੰਮਰਾਹ ਕਰੀ ਜਾਣਾ ਉਹਨਾਂ ਤੇ ਲੋਕ ਹੋ ਰਹੇ ਆ। ਮਹਾਰਾਜ ਸਾਹਿਬ ਕਹਿੰਦੇ ਆ, ਭਾਈ ਤੇਰੇ ਜੀਵਨ ਵਿੱਚ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਸੁੱਖ ਨਹੀਂ ਆ ਸਕਦਾ। ਤੂੰ ਜਿੰਨੇ ਮਰਜ਼ੀ ਸਾਧਨ ਇਕੱਠੇ ਕਰ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸੁੱਖ ਨਾਹੀਂ ਸਰਬ ਸੁੱਖਾ ਹਰ ਹਰ ਗੁਣ ਗਾਏ। ਤੂੰ ਬਹੁਤੇ ਦੇਸ਼ਾਂ ਦੇ ਵਿੱਚ ਚਲਿਆ ਜਾਵੇਂ, ਦੁਨੀਆ ਦਾ ਸੈਰ ਸਪਾਟਾ ਕਰ ਲੈ, ਤਾਂ ਵੀ ਸੁਖੀ ਨਹੀਂ ਹੋ ਸਕਦਾ। ਬੜੇ ਲੋਕ ਨੇ ਜਿਨ੍ਹਾਂ ਨੇ ਪੂਰੀ ਦੁਨੀਆ ਘੁੰਮੀ ਹੋਏਗੀ, ਪਰ ਜੀਵਨ ਸੌਖਾ ਨਹੀਂ। ਤੇ ਜਿਹੜਾ ਆਤਮਿਕ ਸੁੱਖ ਹੈ, ਅੰਦਰੂਨੀ ਸੁੱਖ ਹੈ, ਉਹ ਤਾਂ ਸਰਬ ਸੁੱਖਾ ਹਰ ਹਰ ਗੁਣ ਗਾਏ। ਜੇ ਤੂੰ ਅੰਦਰੂਨੀ ਜੀਵਨ ਚਾਹੁੰਦਾ, ਜਿਵੇਂ ਇੱਕ ਫਕੀਰ ਨੂੰ ਕੋਈ ਸਮਰਾਟ, ਕੋਈ ਬਾਦਸ਼ਾਹ ਮਿਲਿਆ, ਰਾਤ ਪਈ ਸਿਆਲ ਦੇ ਦਿਨ ਨੇ, ਫਕੀਰ ਉਹਦੇ ਬਾਹਰ, ਉਹਦੇ ਮਹਿਲਾਂ ਦੇ ਬਾਹਰ ਉਹਨੇ ਰਾਤ ਕੱਟਣੀ ਆ। ਥੋੜੀ ਜਿਹੀ ਅੱਗ ਬਾਲੀ, ਚਲੋ ਜਿੰਨਾ ਉਹ ਨਿੱਘ ਮਿਲੇਗਾ, ਉਸ ਨਿੱਘ ਵਿੱਚ ਰਾਤ, ਸਿਆਲ ਦੀ ਰਾਤ ਸੌਖੀ ਲੰਘ ਜਾਏਗੀ। ਰਾਜੇ ਦੀ ਨਿਗਾਹ ਪਈ, ਉਸ ਫਕੀਰ ਨੇ ਰਾਜੇ ਨੂੰ ਸਲਾਮ ਦੁਆ ਕੁਛ ਨਹੀਂ ਕੀਤਾ, ਕਿਉਂਕਿ ਬੇਪਰਵਾਹ ਸਦਾ ਰੰਗ ਹਰ ਕੀ। ਜਿਹੜੇ ਰੱਬ ਦੇ ਪਿਆਰੇ ਆ, ਇਹਨਾਂ ਨੂੰ ਪਰਵਾਹ ਕਿਸੇ ਦੀ ਨਹੀਂ ਹੁੰਦੀ, ਸਿਰਫ परमात्मा की परवाह, रब की परवाह करते हैं, किसी आम दुनियादार की परवाह नहीं करते। राजे ने कहा भी कोई फकीर आ जाओ, उन्होंने बुला के लियाओ, उन्होंने महलों के विच ओ रवे, महलों का सुख उन्होंने देंगे, उन्होंने पदार्थ देंगे, रहने लई चंगा बिस्तरा मंजा देंगे, उन्होंने बुला के लियाओ। ਉਹਦੇ सिपाही बुलाउणगे, उन्हें कहा नहीं मैं इत्थे ठीक हाँ। दूजी वारी फिर गए, उन्हें कहा नहीं मैं इत्थे ठीक हाँ। तीजी वारी फिर गए, वो कहंदे भी राजे ने सानू भेजिया फकीर जी तुसीं नाल चलो, तुहाडे लई छकण छकाउण दा प्रबंध भी चंगा, रहण बसेरे दा प्रबंध, धर्मशाला बनाई है, तुसीं उत्थे आराम करो। सर्दी दे विच रात इन्नी सर्दी विच किवें कटोगे? उन्हें कहा मैं नहीं इत्थे ही ठीक हाँ। हाँ तुहाडे राजे नूं पुछ लिओ, तुहाडे राजे नूं पुछ लो, मेरे कोल एक इहो जी चीज, इहो जिहा जंतर है, जिहनूं मैं वो दे दां, वो चक्रवर्ती बादशाह बन जाएगा। एक राज भाग दा मालक, आले दुआले उहदी सल्तनत है, जमीनां जायदादां जगीरां हर चीज का मालक है, पर लालसा अंदर। जेड़ा राजा रात फकीर नूं कह रहा भी आ मैनू तेरे ते तरस आ रहा, मैं तेरे लिए रोटी का प्रबंध, तेरे लिए सौण का प्रबंध करदा, तू मेरे महलों में रात कट, मेरी धर्मशाला च रात कट। अज सवेरे गल च पल्लू पा के फकीर कोल खड़ा है, क्योंकि बहुत देश कमावन धन जोरन की मनसा, देश कमावन धन जोरन की मनसा, ये हर एक दी मनसा है। बहुता धन इकट्ठा ते बहुती दुनिया का सैर सपाटा, हर पासे मेरे नाम का सिक्का चले। पर महाराज कहते हुंदा की आ, बीचे निकसो सास। इहो जी जदों कोई मनशा बना के घरों तुरदा है, पूरी दुनिया नूं जितण दा सुपना लैके तुरदा, ते बीचे निकसो सास ते साह दा विच ही खत्म हो जांदे आ, गल विच दी विच रह जांदी है। जदों राजा आया, उन्हें कहा फकीर जी मैं रात इन्ने स्नेह भेजे, तुसीं आए नहीं, तुहाडी रात किवें लंघी? वो कहंदे अद्धी तेरे वर्गी, अद्धी तेरे नालों वधिया। कहंदे जी मेरे वर्गी ते मेरे नालों वधिया किवें हो सकदी है? मैं तां महलां दे सुख आनंद, इन्ने सोहणे बिस्तरे, इन्ने सोहणे भगवान तुहाडे कोले की है? वो कहंदे अद्धी रात तेरे वर्गी इस करके तू शराबां कबाबां च अद्धी रात लंघाई ते मैं अद्धी रात सौ गया सी, ते तू पिछली रात सौ गया, नशियां दे विच तुत होके सौ गया, ते मैं पिछली रात जाग के परमात्मा दी सिफत विच जुड़ गया, ते इस करके मेरी अद्धी रात तेरे नालों वधिया लगी। ते उन्हें कहा भी मैनू सुनेहा मिलिया तुहाडे कोले कोई जंतर है, जे मैनू दे दो मैं चक्रवर्ती बादशाह बन जाऊंगा। कहंदे फिर की करेगा? तेरे कोले हुण राज भाग है, बाई चांस तू चक्रवर्ती बादशाह बन जाना, फिर की करेगा? वो कहंदा मैं सारे आले दुआले दे राजियां नूं जित के, बहुत देशां नूं जित के, 4 छपेरे मेरे नां दा सिक्का, फिर मैं सुख आराम दी नींद सोवांगा। देखो एक राज भाग ते सबर नहीं, आला दुआला सारा जित के चक्रवर्ती बादशाह बन के, एक वड्डी सल्तनत का मालक बन के, कहता फिर सुख की नींद सोवांगा।
फकीर कहते बस तेरे ते मेरे च आही फर्क है, तू इन्ना कुछ करके कहना सुख दी नींद सोवांगा, फिर भी पता नहीं सुख दी नींद आनी है कि नहीं आनी, तो रब जानदा है। मेरे कोले आ वेख आसमान दी छत है, भुंजे विछाउणा कीता, आ माड़ा जिहा ठंड तो बचण लई अग दा प्रबंध कर लिया, असीं अज ही सुख दी नींद सौ लई। क्यों? क्योंकि परमात्मा दी याद है कोल, रब्बी याद है कोल। धन गुरु गोबिंद सिंह साहब पातशाह कोले रब्बी याद सी। सारियां नूं लग्या कि आनंदपुर दे महलां विच रहण वाले, आनंदपुर विच बादशाही ठाठ नाल रहण वाले माछीवाड़े दे जंगल च किवें सौणगे, कंडियां दी सेध विछा के किवें सौणगे, इत्थे सुख दी नींद किवें आएगी? एडा शीत ठक्का वग रिहा होवे, पोह दीयां ठंडियां ककरीलियां बर्फीलियां रातां विच नींद किवें? पर नींद तो नींद ही है, सियाणे कहंदे नींद तो सूली ते भी आ जाती है, पर जिहदे कोले रब्बी याद होवे ओ भावें आनंदपुर साहब दे महलां च होवे, जिहदे कोले रब दा सिमरन ओ भावें माछीवाड़े दे जंगल च होवे, ओदा नां तां बादशाह दरवेश है ना, ओ बादशाह बन के आनंदपुर भी सुख दी नींद सौंदा है, ते जदों ओ दरवेश बनदा है रब्बी सोले गाउंदा गाउंदा माछीवाड़े दे जंगल विच भी सुख दी नींद सौंदा। बल्कि एक सद गाउंदा, एक वग रही तेज हवा नूं कहंदा मित्र प्यारे नूं हाल मरीदां दा कहना, दुध बिन रोग रजाइयां दा ओढ़ण, तुध बिन तेरे तो बिना हर के नाम बिना दुख पावे, तेरे तो बिना तां रोग रजाइयां दा ओढ़ण, नाग नवासां दे रहना, यारड़े दा सानू सथर चंगा, सूल सराही खंजर प्याला, विंग कसाइयां दा सहना, यारड़े दा सानू सथर चंगा, भट खेड़ियां दा रहना, ओदी याद विच दा सानू अज आ माछीवाड़े दा जंगल ही चंगा लग रहा। जे ओदी याद है तां मारे कहंदे फिर तां बस तां टूटी झोंपड़ी, चीर सब छिन्ना, जात ना पत ना आदरो, उद्यान भर मिन्ना, मित्र ना इठ तन रूपहीन, किछ साक ना सिन्ना, राजा सगली सृष्ट का हर नाम मन पिन्ना। जिहदे कोले रब्बी याद होवे ओ तां कखां कानियां दी झोंपड़ी विच भी सुख दी नींद सौ जांदा। इत्थे सुख मिलदा है रब्बी याद विच, नहीं तां मारे कहंदे भाई सुख नाही बहु देश कमाए, सर्व सुखा हर हर गुण गाए, सुख सहज आनंद लहो, मारे कहंदे साध संगत वड पाइए वड भागी, गुरमुख हर हर नाम कहो। जे तू रब्बी याद विच जुड़ जाए, परमात्मा दे ओदे शुकराने विच जुड़ जाए, तां तेरा जीवन सुखमई हो जाएगा। खोजत खोजत तत विचारियो, दास गोविंद पुरायण, अविनाशी खेम चाह है जे नानक सदा सिमर नारायण। तू सदा उस परमात्मा दी याद विच जुड़, जिहदी याद विच जुड़िया। एक वचन होर कह दिया, महाराज कहंदे जिस तू आवे चित तिस नू सदा सुख। अज गल सुख दी चल पई, असीं सुख लैणी आ रहे ना, अज साडे जीवन विच सहज नहीं रहा, अज साडे जीवन च आनंद नहीं रहा, अज साडे जीवन दे विच सुख आराम दे पल नहीं रहे। अज वेखो किन्नी दुनिया तेजी दे नाल दौड़ रही है, रुकना किथे आ किथे नहीं ये परमात्मा जानदा है, पर किसे कोले कोई 4 मिनट 10 मिनट 5 मिनट सुख आराम दे पल बिताउण वास्ते समा नहीं। इसलिए तुसीं वडभागे हो जाते हो जदों इन्ने तेजी रफ्तार नाल चलण वाले समय विच भी गुरु गोदी च आके बैठते हो। ते पातशाह अज सुख की परिभाषा दे रहे हैं। महाराज कहंदे जिस तू आवे चित, जिन्हों तू चेते आवे, जिहदी सिमरती विच जिहदे चेते विच रब है, तिसनूं सदा सुख, सदा ही सुख। ओदा जीवन आत्मक जीवन सदा सुखी होएगा। वो कदे किसे दियां महंगियां गड्डियां कारां कोठियां कपड़े वेख के सड़दा नहीं, ईरखा नहीं करता, कदे परतरिया रूप ना पेख्या नेत्र नहीं हुंदे। वो हर वेले जो नूं रब ने दिता उहदे शुकराने विच रहिंदा। जिस तू आवे चित तिस जम नाहे दुख, जिस तू आवे चित तिसके काढ़िया। महाराज साहब कहंदे तिसके काढ़िया, जिसदा करता मित्र सब काज सवारिया। जी दा मित्र रब बन जाए उहदे सारे कारज रास हो जाते। सुख तो दिंदा ही है, उहदे कारज भी रास करदा है। जिस तू आवे चित सो परवान जन, जिस तू आवे चित बहुता तिस धन। जिहदे चेते विचों परमात्मा होवे तां महाराज साहब कहंदे आ भाई जिस तू आवे चित सो वड परवारिया, जिस तू आवे चित तिन कुल उधारिया। जिहदे चेते विच रब्बी याद होवे, परमात्मा दा नाम होवे, ओदी तां कुल दा भला हो जांदा, ओदे खानदान दा भला हो जांदा, ओदा बेड़ा सब परिवार चढ़ाया बेड़े सारा परिवार ही तर जांदा है।
ਤੇ ਇਨਸਾਨ ਨੂੰ ਚਿੰਤਾ ਇਸ ਗੱਲ ਦੀ ਬਹੁਤੀ ਹੈ ਵੀ ਮੇਰਾ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ। ਆ ਚਿੰਤਾ ਦੇ ਵਿੱਚ ਹੈ। ਅੱਜ ਇਨਸਾਨ ਆਪਣੇ ਲਈ ਕਮਾਉਂਦਾ ਜਾਂ ਆਪਣੇ ਬੱਚਿਆਂ ਲਈ ਕਮਾਉਂਦਾ ਹੈ, ਆਪਣੇ ਲਈ ਜੋੜਦਾ ਜਾਂ ਆਪਣੇ ਬੱਚਿਆਂ ਲਈ ਛੱਡ ਕੇ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦਾ ਜੀਵਨ, ਜਿਨ੍ਹਾਂ ਨੇ ਨਾ ਆਪਣੀ ਕਦੇ ਪਰਵਾਹ ਕੀਤੀ, ਨਾ ਆਪਣੇ ਬੱਚਿਆਂ ਦੀ ਕੀਤੀ, ਨਾ ਆਪਣੇ ਲਈ ਜੋੜਿਆ, ਨਾ ਆਪਣੇ ਬੱਚਿਆਂ ਲਈ ਜੋੜਿਆ, ਨਾ ਆਪਣਾ ਆਪ ਬਚਾਇਆ, ਨਾ ਆਪਣੇ ਬੱਚੇ ਬਚਾਏ। ਜੇ ਬਚਾਇਆ, ਮਹਾਰਾਜ ਸਾਹਿਬ ਨੇ ਕਿਹਾ ਪੰਥ ਵਸੇ ਮੈਂ ਉਜੜਾ, ਮਨ ਚਾਓ ਕਨੇਰਾ। ਮੇਰਾ ਪੰਥ ਵਸਣਾ ਚਾਹੀਦਾ, ਮੇਰਾ ਕੁਝ ਵੀ ਨਾ ਰਵੇ। ਮੈਂ ਤਾਂ ਸਰਬੰਸ ਦਾਨੀ ਕਹਿ ਹੀ ਦਿੱਤਾ ਵੀ ਸਾਰਾ ਸਰਬੰਸ ਵਾਰ ਦਿਆਂਗਾ, ਮੈਂ ਬਾਹਰ ਜਾਣਾ ਹੈ, ਮੇਰਾ ਕੋਈ ਨਾ ਰਵੇ, ਮੈਨੂੰ ਕੋਈ ਦਿੱਕਤ ਨਹੀਂ, ਪਰ ਮੇਰਾ ਪੰਥ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ। ਕਿਹੋ ਜਿਹਾ ਜੀਵਨ ਹੋਏਗਾ, ਕਿੰਨੀ ਉਸ ਪਰਮਾਤਮਾ ਦੀ ਰੱਬੀ ਰਹਿਮਤ ਵਰਤੀ ਹੋਏਗੀ। ਸਭ ਕੁਝ ਵਾਰ ਕੇ ਵੀ ਉਹ ਰੱਬ ਨੂੰ ਉਲਾਮਾ ਨਹੀਂ ਦੇ ਰਹੇ, ਰੱਬ ਦਾ ਸ਼ੁਕਰਾਨਾ ਕਰ ਰਿਹਾ। ਪਰਮਾਤਮਾ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੋ ਸੁਖ ਹੋਏ। ਹਰ ਇੱਕ ਸ਼ਹਾਦਤ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਵੇਖ ਕੇ ਉਹਨਾਂ ਨੇ ਰੱਬ ਦਾ ਧੰਨਵਾਦ ਕੀਤਾ, ਰੱਬ ਨੂੰ ਉਲਾਮਾ ਨਹੀਂ ਦਿੱਤਾ। ਜੋ ਕੁਝ ਸੀ ਇਹ ਪਰਮਾਤਮਾ ਤੇਰੀ ਇਮਾਨਤ ਸੀ, ਇਹ ਪੰਥ ਦੀ ਇਮਾਨਤ ਸੀ, ਮੈਂ ਸਭ ਕੁਝ ਪੰਥ ਦੇ ਲੇਖੇ ਲਾ ਦਿੱਤਾ। ਤੇ ਸਾਡਾ ਤਾਂ ਧਿਆਨ ਸਿਰਫ ਇਹੀ ਆ, ਮੈਂ ਆਪਣੇ ਬੱਚਿਆਂ ਲਈ ਇੰਨਾ ਕੁ ਜੋੜ ਜਾਵਾਂ ਕਿ ਇਹਨਾਂ ਨੂੰ ਕੰਮ ਨਾ ਕਰਨਾ ਪਵੇ। ਮਹਾਰਾਜ ਕਹਿੰਦੇ ਕਦੇ ਰੱਬ ਦਾ ਸੁਭਾਅ ਤਾਂ ਵੇਖ, ਜਿਹਨੇ ਤੈਨੂੰ ਪੈਦਾ ਕੀਤਾ। ਤੇਰੀ ਜੀਵਨ 'ਚ ਜ਼ਿੰਦਗੀ 'ਚ ਸੁੱਖ ਪਤਾ ਕਿਉਂ ਨਹੀਂ? ਕਿਉਂਕਿ ਤੂੰ ਲੋੜ ਤੋਂ ਵੱਧ ਕਮਾਉਣਾ ਚਾਹੁੰਦਾ ਹੈ, ਲੋੜ ਤੋਂ ਵੱਧ ਇਕੱਠਾ ਕਰਨਾ ਚਾਹੁੰਦਾ ਹੈ। ਤੇਰੀ ਭੁੱਖ 2 ਰੋਟੀਆਂ ਦੀ ਸੀ, ਪਰ ਤੂੰ 2 ਜਨਮਾਂ ਦੀ ਰੋਟੀ ਜੋੜਨ ਲੱਗਿਆ ਹੋਇਆ। ਇਹਨੇ ਤੈਨੂੰ ਦੁਖੀ ਕਰ ਦਿੱਤਾ, ਇਹਨੇ ਤੈਨੂੰ ਪਰੇਸ਼ਾਨ ਕਰ ਦਿੱਤਾ। तो महाराज कहते हैं परमात्मा का रे चित चेत कीना दयाल तो मोदर विवह न जानस कोई, जो जे तावै ब्रह्मांड खंड कर तो करता करे सो होई, जननी केरे उधर उदक मैं पिंड किया दस द्वारा। आ देखो रब ने सानू पैदा करने तो पहला साडे रिज़्क दा प्रबंध दे आहार अग्न में रख है, ऐसा खसम हमारा। जदों जठर अग्नि विच तू पुठा लटक रहा सी, तेरे रिज़्क दा प्रबंध उत्थे भी कीता होया। तेरी तो कोई उत्थे मंग ही नहीं ना भी मैनू आ बना के दो, बना के दो। रब का प्रबंध कर रहा ना। दे आहार अग्न में रख है, मारे कहते ऐसा खसम हमारा। कुम्मी जल में तन तिस बाहर, पंख खीर तिन नाही। अब परमात्मा दे चोज वेखो, जिस कोले दुध दा खजाना होएगा ओदे कोले खंभ नहीं दिते होणगे, जिहदे कोले खंभ होणगे ओदे कोले दुध दा खजाना नहीं होएगा। कुम्मी जल में तन तिस बाहर, पंख खीर तिन नाही। ना ओदे कोले महाराज साहब कहते खंभ ना दुध। उस परमात्मा ने किड्डी रहमत करके, पर वो आप बच्चों नूं बाहर जन्म दे के पानी में चली जाती आ। एक ध्यान दे नाल बच्चे पल रहे आ, ध्यान दे नाल बच्चों कोले खुराक पहुंच रही आ। एडी रहमत उस दाते ने वरताई ते कह रहे आ पूर्ण परमानंद मनोहर, समझ देख मन माही। पाखंड कीट गुप्त होए रहता, ताचो मार्ग नहीं। तेनू अज अपने रिज़्क दा प्रबंध परमात्मा ने तो भाई उन्हां कीड़ियां दे रिज़्क दा प्रबंध कीता, जिन्हां कीड़ियां नूं पत्थरां विच जाण ते आउण दा रस्ता ही कोई नहीं है। जिहड़े कीड़े पत्थरां 'च बैठे, जे तुसीं भी अज कई लोग कीड़े कीड़ियां नूं कुछ ना कुछ पा दिंदे आ, एक कीड़ा पत्थर 'च बैठा उत्थे तां कोई खुराक भी नहीं उहनूं पा सकदा, पर रब ने उहदा प्रबंध उत्थे भी कीता होया। ताचो मार्ग नहीं तां मारे कहंदे कह धन्ना पूर्ण ताहू को, मत रे जीत नहीं। फिर तू क्यों डरी जाना भाई? अपने आप को इन्ना सहम विच ना लेके जा, मेरा की बनेगा। रब एडा बेअंत है, उन्हें अग दे विच भी तेरा प्रबंध रिज़्क दा कीता। जदों तू मंग के कुछ नहीं सी खा सकदा, उदों तेरे लिए दुध दा प्रबंध कीता। उन्हें तां पत्थर च कीड़ियां दा प्रबंध कीता होया, ते तेरा क्यों नहीं करेगा? जिसका तन मन धन सब तिसका, सोई सुगड़ सुजानी। जिस परमात्मा ने तेनू तन दिता, मन दिता, शरीर दिता, तू काहे डोले प्राणिया, तुद राखेगा सिरजनहार। जिन पैदाइश तू किया सोई दे आधार, जिन्हें तेनू पैदा किया तेरे रिज़्क तेरे पालन का प्रबंध भी उसे दा। इस गल की चिंता विचों निकल। हाँ, एक गल गुरु तेग बहादुर साहब ने भी नाल लगदी कह दी, अज जीवन च सुख चाहिदा, क्योंकि आत्मक तौर पर तू सुखी नहीं। भाई जे सुख लेना चाहना, महाराज ने दुख लगे क्यों, ओहदा कारण भी दस दिता। ते हुण सुख किवें आएगा, ओहदा कारण भी दस रहा। जो सुख को चाहे सदा, असी हर चीज इस तरीके नाल ही चाहुंदे आ
कोई चीज लैनी आ पहलों दी गारंटी वारंटी ओदी बुनियाद पुछदे आ भी किन्ने साल चलेगी। जिन्ना ਉਹ ਤੁਹਾਨੂੰ ਵੱਧ ਤੋਂ ਵੱਧ ਸਮਾਂ ਦਿੰਦਾ ਉਨਾ ਹੀ ਸਾਡਾ ਮਨ ਖੁਸ਼ ਹੁੰਦਾ कि कोई नहीं 1000-2000 ਵੱਧ लगे कोई गल नहीं, पर गारंटी वारंटी हंडण वाली होवे रोज रोज लेना करना औखा है। ते जदों सुख लेना होवे महाराज कहंदे सुख भी इहो जिहा चाहीदा जिहड़ा सदा नाल निभे। सुख कोई सानू टैंपरेरी थोड़ा चाहिए भी घंटा घड़ी सुख मिले तो फिर दुख उवें जीवन च, कोई 2-4 महीने सुख मिले फिर जीवन उवें दा उवें। ये टैंपरेरी तां जिहड़े देहधारी आ ना इन्हां कोले चलो टैंपरेरी भी सुख नहीं, पर किवें ना किवें लोकां नूं गुमराह गल्लां बातां च इन्ना गुमराह कर दिंदे कि कोई झूठ रौचक बहुत हुंदा है। झूठ मन नूं जज बड़ा जांदा है, सच दा सच ही है। ये किते ना किते खुश्क भी हुंदा है, सच नूं तां लोक कहंदे कौड़ा भी हुंदा है, ते कौड़े तो तां हर कोई भजदा ना, क्योंकि इंसान दा मिठी जहर खाण दा सुभाव बन गया। फरीदा इस गंदलां धरियां खंड लवाड़ बड़ियां पदार्थां दियां गंदलां माया बड़े रूपां विच वरत रही है, ते इह जहर दियां गंदलां नूं परमात्मा ने इहो जे मिठास उत्ते लेप कर दिता शहद दा, ते जिहनूं बंदा फटाफट चख मारदा जदों थोड़ा जिहा समां लंघदा ओह कुड़तन च बदल जांदा है। ਜਿਹੜੀਆਂ ਚੀਜ਼ਾਂ ਦੀਆਂ ਮਿੰਨਤਾਂ ਕਰਕੇ ਲਈਆਂ ਉਹਨਾਂ ਤੋਂ ਦੁਖੀ ਹੋ ਰਿਹਾ ਅੱਜ। ਤੋਂ ਮਹਾਰਾਜ ਸਾਹਿਬ ਕਹਿੰਦੇ ਇੱਕ ਕੰਮ ਕਰ ਭਾਈ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ, ਰਵੇਂ ਹੋਏ परमात्मा ਦੀ ਸ਼ਰਨ ਵਿੱਚ ਰਹਿ। ਉਹਦੀ ਸ਼ਰਨ ਵਿੱਚ ਰਹਿਣਾ ਕਿਵੇਂ ਹੈ? ਉਹਦਾ ਨਾਮ ਚੇਤੇ ਰੱਖ, परमात्मा ਦਾ ਨਾਮ ਚੇਤੇ ਰੱਖਣਾ ਉਹਦੀ ਸ਼ਰਨ ਹੈ। परमात्मा ਦੇ ਨਾਮ ਨੂੰ ਹਿਰਦੇ 'ਚ ਵਸਾ ਲੈਣਾ, ਸਮਝ ਲਓ परमात्मा ਦੇ ਚਰਨ ਸਾਡੇ ਹਿਰਦੇ 'ਚ ਵਸ ਗਏ। परमात्मा दे शब्द नाम नूं घुट के फड़ लेना, समझ लो असीं परमात्मा दे चरण घुट के फड़ लए। ते जे हर वेले साडी सिमरती च परमात्मा दी याद रहेगी तां याद रख लेना असीं दुनिया च जिथे मर्जी तुरे फिरीए, जे साडे अंदर रब्बी याद गए तां असीं रब दी शरण विच ही बैठे आ। जो सुख को चाहे सदा शरण राम की लेह, कहो नानक सुन रे मना दुर्लभ मानुख दे। आ तेरा मनुखा जन्म बड़ा दुर्लभ है, ये बार बार नहीं मिलना। परमात्मा दी शरण विच आ जा, तेरा जीवन सुखां नाल भर जाएगा। अज सतगुरां ने बड़ी किरपा करके सानू दस दिता भी तेरा जीवन दुखी क्यों है, सुखी किवें होना। एक तां असीं सहज और आनंद गवा बैठे, सहज विच आईए, कुछ की सारा कुछ देखो रब करदा है, पर साडी जिहड़ी मानसिकता ये बन गई है मेरे कीतिया होना। चलो उद्यम करना चंगी गल है, पर रब बनना ये माड़ी गल है। भी असीं हुण फैसला तां असीं जो असीं करांगे उही होना, नहीं करे करावे आपे आप। जो कर रहा परमात्मा कर रहा, थोड़ा जिहा उहदी रजा विच चलना सीखीए, सारियां गल्लां उस परमात्मा ते छड्ड के चलीए। जे कोई अज काम रह गया तां इह भी उहदी रजा ही है। दुखी नहीं होना भी क्यों नहीं होया। सारा एक राजा सी, ਉਹ सारा दिन काम इउं करदा सी भी जिवें ਉਹਦੇ ਕੰਮ ਕੀਤੇ बिना काम सिरे नहीं लगना, ते जां बस ਉਹਦੇ कोले अज दा दिन ही समा है, सारा दिन उन्हें भज भज काम नवेड़ने भी शायद अज आखिरी दिन ही है, मेरे जीवन का कोई काम रह ना जाए। पर जिवें शामां पैणियां उन्हें इस तरीके नाल आनंद च आ जाना भी जिवें नूं किसी गल दी परवाही ना हो। फोन बंद, सब कुछ बंद, लोकां नाल मिलना जुलना बंद, अपने परिवार लई समा और परमात्मा दी याद लई समा, ਉਹਦੇ शुकराने लई समा। और रात नूं बैठ के सारे दिन दा जोड़ तोड़ करना भी अज किन्ना सच बोलिया, किन्ना झूठ बोलिया, किन्ना चंगा कीता, किन्ना माड़ा कीता, किन्ना परोपकार कीता, किन्ना किसी दा हक खादा, सारे जोड़ तोड़ लाउणे शाम नूं। फिर सारी रात उस रब दी याद विच जुड़ना, किते ऐसा जीवन साडा बन जाए। महाराज साहब ने यह नहीं कहा कि तेरे कोले कोई पदार्थ ना होण, तू तेरे कोले कोई सोहणे कपड़े ना होण, तेरे कोले कोई धन दौलत ना होवे। महाराज कहंदे ये चीजां रख। मैं कदों कहा भी ये चीजां दुख दिंदियां ने? किसी नूं घर ने दुख दिता, किसी नूं महंगे कपड़ियां ने दुखी कीता, किसी दे गल च पाए हुए सोने ने किसी नूं दुखी कीता। दुख इन्हां गल्लां नाल नहीं, दुख उदों हुंदा है जदों ये सब कुछ पा के ते जिन्हें दिता होवे उहनूं भुल जाइए। जदों रब दा शुकराना साडे जीवन चों निकल जाए फिर तां भाई ये निक्कियां निक्कियां चीज़ां भी दुख दे कारण बन जांदियां। जे तुहाडे कोले रब्बी याद है फिर तुसीं सोना चांदी गहने महंगे कपड़े रज रज हंडाओ, रज रज कमाओ, ते जिन्ने शौक नाल कपड़े महंगे पा रहे हो उन्ने शौक नाल रब दा धन्नवाद भी करो।
एक महंगियां गड्डियां महंगे घरां ने दुखी नहीं करना, जदों रब की याद भुलेगी फिर असीं दुखी होना। हर बिसरत सदा खुआरी, हर के नाम बिना दुख पावे। देखो इत्थे हुण किसी कोठी गड्डे कपड़े की गल नहीं की, नाम बिना दुख पावे, परमेश्वर की याद तो बिना दुख है। तो आओ नाल नाल उस परमेश्वर दीयां सिफतां धन गुरु गोबिंद सिंह साहब पातशाह कह रहे परमात्मा ते इन्ना पक्का भरोसा कर, क्यों? क्योंकि सर्वं प्राणं, परमात्मा जेड़ा सारियां दी जिंद जान है। परमात्मा ने शरीर दिता, जिसका तन मन धन सब तिसका, तन भी ओदा, मन भी ओदा, तन विच जोत भी उन्हें टकाई, श्वास भी उन्हें टकाए, प्राण भी उन्हें टकाए। जो कुछ भी साडे शरीर कोल है ये सब रब दीयां दातां ने। किसी का रंग मन चंगा ये रब दी दात है, सोहना स्वरूप है ये रब दी दात है, नैन नक्श चंगे ने ये रब दी दात है। क्यों? क्योंकि तेरे बंके लोहण दंत रिसाला, सोहने नक जिन लमड़े वाला, रब दे दंद अपने बड़े सोहने आ, ओदियां अखां बहुत सोहणियां ने, ओदे कंन सोहणे ने, ओदा हसना चेहरा मोहरा नैन नक्श, एक एक चीज परमात्मा दी इतनी सुंदर है। महाराज ने जदों रब दी सुंदरता बयान की, रूप दे अगे महाराज साहब ने आड़ा ला दिता, अरूप है अनूप है, ओदा रूप कोई नहीं, सारे रूप ओदे अनूप है, और उपमा तो रहत। रब इन्ना सुंदर है, साडे कोले शब्द ही नहीं कि ओदी उपमा, ओदी सुंदरता दी उपमा कर सकीए। ते आ ब्रह्मांड उसने बनाया, संसार उन्हें बनाया, जीव जंतु ने बनाए। ये कुदरत ऐसे करके इन्नी सोहनी आ क्योंकि इनू बनाउण वाला आप बहुत सुंदर है, इनू बनाउण वाला सारी कायनात नू आप बड़ा सुंदर है। सर्वं प्राणन, सारियां विच प्राणाधारी होके परमात्मा आप वसिया होया भाई। सर्वं त्राणन, त्राणन दा अर्थ हुंदा ओट आसरा। परमात्मा सारियां दी ओट है, सारियां नू ओट आसरा देण वाला ही है, बल्कि सारी धरती खंड ब्रह्मांड आसमान सब ओदी ओट आसरे दी खड़े आ। परमात्मा ने तां एडी अपनी रहमत दी बख्शिश दी एक चुंबक दी तरह अपने नाम अपने रब्बी हुक्मां दे इहो जी खिच पाई हुई है। पानी दे उपर धरती खड़ी है, तुसीं आम बाल्टी च पानी पा के उत्ते मिट्टी खड़ा के विखाओ, साडे तो नहीं खड़ेगी। पर रब ने धरती दे विच पानी, पानी दी तह ते धरती बना के ते किन्ना ब्रह्मांड सिर दिता, किन्ने वड्डे वड्डे पहाड़ बना दिते, किन्नी बनस्पति है, किन्नियां उच्चियां उच्चियां इमारतां ने, इत्थे बुर्ज खलीफे वर्गियां इमारतां, इत्थे वड्डे वड्डे टावर बने हुए ने, जिन्ना दा इन्ना भार है। पर यह धरती दब नहीं रही, थल्ले नाले पानी है, पानी के उपर खड़ी है। यह रब की समर्था है, ओदे आसरे नाल खड़ी है। आसमान कोई थंम नहीं है, देख लो असीं 20 50 60 70 80 100 फुट उच्ची इमारत बनाउणी आ तां ओदे बीम, ओदे पिलर, ओदियां नीहां इन्नियां मजबूत बनाई दियां किते छत डिग ना पवे। इन्ना वड्डा आसमान रब ने बिना थम्मा तो, बिन थम है गगन रहाइंदा, बिना थम्मा तो एडा गगन आकाश रखिया हुआ, किड्डी ताकत दा मालक होएगा, किड्डा आसरा, किड्डी ओदी ओट, ओदे आसरे विच ताकत है। ताई तां मारे कहंदे आ भाई तू दुनिया ते आसरे बहुत तकदा है, दुनिया दियां ओटां बहुत लेना, तू कदे ये भी कह दिया कर तू मेरो मेर पर्वत स्वामी, ओट गही मैं तेरी ना तुम डोलो, ना हम गिरते रख ली नी हर मेरी। कदे तां कह दे परमात्मा तेरी ओट तो बिना मैनू किसी की ओट नहीं चाहिए, जे तू मेरे वल हो जाए, जे तू मेरी ओट मैनू आसरा दे दे तो मैनू दुनिया की परवाह नहीं, दुनिया के आसरियां की लोड़ नहीं, क्योंकि दुनिया के आसरे झूठे ने। माता पिता का आसरा सी झूठा, भैन भरावां का आसरा सी झूठा, पुत्र धियां का आसरा सी झूठा, रिश्तेदारां दा मित्र संबंधियां का आसरा वो झूठा, माया का आसरा वो भी झूठा, बल्कि अपने शरीर का आसरा सी वो भी झूठा ही निकलिया। इसलिए मैनू तू आसरा दे, तू मेरा आसरा बन, तेरा आसरा ना तू आप डोलना ते ना तू मैनू डोलन देना। मैं आसरे वो तक बैठा जेड़े पल पल आप भी डोलदे आ ते मैं भी डोल जाना। ताही मारे कहंदे तू काहे डोले प्राणिया, तुद राखेगा सिरजनहार, बाणी प्रभ की सब को बोले आप अडोल ना कदू डोले। तू रब का आसरा ले ला, तू बाणी का आसरा ले ला, इन्हें आप भी नहीं डोलना ते तेनों भी नहीं डोलन देना। ये बाणी तो एडी ताकतवर है, तो आरियां थले ना डोलन दवे, ये किसी नूं बंद बंद कटाउंदियां ना डोलन दवे, ये तो किसी नूं चरखड़ी ते चढ़िया नूं ना डोलन दवे। इस बाणी की ताकत इन्नी 10 लाख के घेरे विच 5-5 जाणियां दा जथा जांदा, ये बाणी उत्थे भी नहीं डोलन दिंदी।
8 ਪੋਹ ਨੂੰ ਜਦੋਂ ਇਹ ਜੰਗ ਹੋਣਾ, 22 ਦਸੰਬਰ ਦੁਨੀਆ ਦਾ ਅਦੁੱਤੀ ਜੰਗ, 7 ਪੋਹ ਦੀ ਸ਼ਾਮ ਮਹਾਰਾਜ ਚਮਕੌਰ ਦੀ ਗੜੀ ਚ ਇੱਕ ਤਕਰੀਰ ਕਰਦੇ ਆ ਆਪਣੇ ਪੰਥ ਨੂੰ। ਉਸ ਵੇਲੇ 40-42 ਜਾਣੇ ਨੇ, ਸਾਰੇ 44 ਕੇ ਜਾਣੇ ਆ। 40 ਨੇ ਸ਼ਹੀਦ ਹੋਣਾ, 3 ਜਾਣਿਆਂ ਨੇ ਗੁਰੂ ਸਾਹਿਬ ਨਾਲ ਚਲੇ ਜਾਣਾ। ਕੁੱਲ ਗਿਣਤੀ 44 ਹੈ, ਬਾਹਰ 10 ਲੱਖ ਦਾ ਜ਼ਿਕਰ ਹੈ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਇੱਕ ਤਕਰੀਰ ਕੀਤੀ, ਕਹਿੰਦੇ ਐ ਖਾਲਸਾ ਪੰਥ, ਕੱਲ ਬੜੇ ਵੱਡੇ ਇਮਤਿਹਾਨ ਦੀ ਘੜੀ ਹੈ। ਕੱਲ ਇੱਕ ਬਹੁਤ ਵੱਡਾ ਖਾਲਸਾ ਪੰਥ ਉੱਪਰ ਪੇਪਰ ਪੈਣਾ, ਜਾਂ ਇਉਂ ਕਹਿ ਲਓ ਜਿਸ ਪੰਥ ਦਾ ਜਨਮ ਰਾਏ ਭੋਏ ਦੀ ਤਲਵੰਡੀ ਚ ਹੋਇਆ, ਜਿਹੜਾ ਪੰਥ ਖਡੂਰ ਸਾਹਿਬ ਤੇ ਗੋਇੰਦਵਾਲ ਦੇ ਪੰਘੂੜਿਆਂ ਚ ਖੇਡਿਆ, ਜਿਹੜੇ ਪੰਥ ਨੇ ਅੰਮ੍ਰਿਤਸਰ ਸਾਹਿਬ ਆ ਕੇ ਬੜੀਆਂ ਵੱਡੀਆਂ ਮੱਲਾਂ ਮਾਰੀਆਂ, ਜਿਹੜਾ ਪੰਥ ਸਫ਼ਰ ਕਰਦਾ ਕਰਦਾ ਕਦੇ ਮੀਰੀ ਪੀਰੀ ਦਾ ਸਿਧਾਂਤ ਬਣਾ ਰਿਹਾ, ਕਦੇ ਵੱਡੀਆਂ ਤਾਕਤਾਂ ਨੂੰ ਜਰਨ ਦੀ ਤਾਕਤ ਸਿੱਖ ਰਿਹਾ ਹੈ, ਕਿਤੇ ਬਾਲਕ ਅਵਸਥਾ ਵਿੱਚ ਵੱਡੇ ਵੱਡੇ ਔਰੰਗਜ਼ੇਬ ਵਰਗੇ ਬਾਦਸ਼ਾਹਾਂ ਨੂੰ ਦੱਸ ਰਿਹਾ ਕਿ ਤੇਰੀਆਂ ਤਾਕਤਾਂ ਦੇ ਅੱਗੇ ਗੁਰੂ ਘਰ ਦਾ ਤੇਜ ਪ੍ਰਤਾਪ ਘਟ ਨਹੀਂ ਸਕਦਾ, ਤੇਰੀ ਕੋਈ ਪਰਵਾਹ ਨਹੀਂ। ਕਦੇ ਇਸ ਪੰਥ ਨੂੰ ਕਿਸੇ ਦਾ ਧਰਮ ਬਚਾਉਣ ਲਈ ਵੀ ਸ਼ਹਾਦਤਾਂ ਦੇਣੀਆਂ ਪਈਆਂ। ਇੱਕ ਇੱਕ ਗੁਣ ਇਸ ਪੰਥ ਨੂੰ ਗੁਰੂ ਸਾਹਿਬਾਨਾਂ ਨੇ ਆਪ ਆਪਣੇ ਆਪ ਤੇ ਹੰਢਾ ਕੇ ਸਿਖਾਇਆ ਤੇ ਇਸ ਪੰਥ ਵਿੱਚ ਭਰਿਆ। ਇਹ ਪੰਥ ਪਟਨੇ ਦੀਆਂ ਗਲੀਆਂ ਵਿੱਚ ਵੀ ਖੇਡਿਆ। ਇਸ ਪੰਥ ਨੇ ਅਨੰਦਪੁਰ ਸਾਹਿਬ ਆ ਕੇ ਪੜ੍ਹਾਈਆਂ ਕੀਤੀਆਂ, ਉੱਥੇ ਘੋੜ ਸਵਾਰੀ ਸਿੱਖੀ, ਉੱਥੇ ਗੱਤਕਾ ਸਿੱਖਿਆ, ਉੱਥੇ ਰਣਜੀਤ ਨਗਾਰੇ ਵੱਜੇ, ਉੱਥੇ ਵਿਦਿਆ ਸਿੱਖੀ, ਉੱਥੇ ਹੋਲੇ ਮਹੱਲੇ ਕੱਢੇ, ਬੜਾ ਕੁਛ ਅਨੰਦਪੁਰੇ ਨੇ ਸਿੱਖਿਆ। ਪਰ ਇਹ ਜੋ ਕੁਝ ਪੰਥ ਨੇ ਸਿੱਖਿਆ, ਉਸ ਖਾਲਸਾ ਪੰਥ ਦਾ ਕੱਲ ਇਮਤਿਹਾਨ ਹੋਣਾ। ਪਰ ਇੱਕ ਗੱਲ ਯਾਦ ਰੱਖਿਓ ਸਿੱਖੋ, ਤੁਸੀਂ ਅਕਾਲ ਪੁਰਖ ਦੇ ਪੁਜਾਰੀ ਹੋ। ਤੁਹਾਡੀ ਸਾਂਝ ਮੈਂ ਅਕਾਲ ਪੁਰਖ ਨਾਲ ਪਾਈ ਹੈ। ਮੈਂ ਕੋਈ ਵਿੱਚ ਵਿਚਕਾਰ ਵਿਚੋਲਾ ਨਹੀਂ ਰੱਖਿਆ। ਮੈਂ ਤੁਹਾਨੂੰ ਥਾਂ ਥਾਂ ਤੇ ਮੱਥੇ ਤੇ ਨੱਕ ਰਗੜਨ ਵਾਲਾ ਨਹੀਂ ਬਣਾਇਆ। ਮੈਂ ਤੁਹਾਡੇ ਜੀਵਨ ਦੇ ਵਿੱਚ ਉਹ ਪ੍ਰਮਾਤਮਾ ਦੇ ਨਾਮ ਦੀ ਬੂੰਦ ਟਿਕਾ ਦਿੱਤੀ, ਜਿਸ ਨਾਮ ਦੀ ਬਰਕਤ ਨਾਲ ਤੁਸੀਂ ਉਹਨੂੰ ਜਪਦੇ ਜਪਦੇ ਇੱਕ ਦਿਨ ਰੱਬ ਦਾ ਰੂਪ ਬਣ ਜਾਓਗੇ। ਪਰ ਜਿਹੜਾ ਇਮਤਿਹਾਨ ਕੱਲ ਹੋਣਾ, ਮੈਨੂੰ ਪਤਾ ਤੁਸੀਂ 8 ਮਹੀਨਿਆਂ ਦੇ ਭੁੱਖੇ ਹੋ, ਤੁਸੀਂ ਰੱਜ ਕੇ ਪ੍ਰਸ਼ਾਦਾ ਨਹੀਂ ਛਕਿਆ। ਠੰਡ ਵੀ ਬਹੁਤ ਆ, ਤੁਹਾਡੇ ਕੋਲੇ ਗਰਮ ਕੱਪੜੇ ਵੀ ਨਹੀਂ ਪਾਉਣ ਵਾਸਤੇ, ਉੱਪਰ ਲੈਣ ਵਾਸਤੇ। ਤੁਹਾਡੇ ਸ਼ਸਤਰ, ਤੁਹਾਡੇ ਹਥਿਆਰ ਵੀ ਖੁੰਡੇ ਹੋ ਚੁੱਕੇ ਨੇ, ਕਮਜ਼ੋਰ ਹੋ ਚੁੱਕੇ ਨੇ, ਤੇ ਹੋ ਸਕਦਾ ਤੁਹਾਡੀਆਂ ਉਮਰਾਂ ਵੀ ਘੱਟ ਹੋਣ। ਬਾਹਰ ਜਿਹੜੇ ਲੋਕ ਆਏ ਨੇ, ਉਹਨਾਂ ਕੋਲੇ ਹਥਿਆਰ ਵੀ ਬੜੇ ਮਾਰੂ ਨੇ, ਨਵੇਂ ਹਥਿਆਰ ਨੇ, ਉਹਨਾਂ ਨੇ ਰੱਜ ਕੇ ਭੋਜਨ ਪ੍ਰਸ਼ਾਦਾ ਵੀ ਛਕਿਆ ਹੋਇਆ ਹੈ। ਉਹਨਾਂ ਦੀਆਂ ਉਮਰਾਂ ਵੀ ਵੱਡੀਆਂ, ਬੜੇ ਵੱਡੇ ਵੱਡੇ ਤਜਰਬੇਕਾਰ ਬਾਹਰਲੇ ਮੈਦਾਨ ਵਿੱਚ ਖੜੇ ਹੋਇਆ। ਤੁਹਾਡਾ ਮੁਕਾਬਲਾ ਉਹਨਾਂ ਨਾਲ ਹੋਣਾ ਹੈ। ਤੇ ਵੱਡੀ ਗੱਲ ਇਹ ਹੈ, ਤੁਸੀਂ 40 ਨੇ ਲੜਨਾ ਤੇ ਬਾਹਰ 10 ਲੱਖ ਦਾ ਘੇਰਾ ਹੈ। ਹੁਣ ਇਹਦੀ ਤਰਤੀਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਣਾਉਣੀ ਹੈ। ਤੇ ਮੈਂ ਬੇਨਤੀ ਕਰਨਿਆ, ਹੁਣ ਜਦੋਂ ਰੱਬ ਦੀ ਓਟ ਹੋਵੇ ਨਾਲ, ਜਦੋਂ ਪ੍ਰਮਾਤਮਾ ਦਾ ਆਸਰਾ ਹੋਵੇ ਕੋਲ, ਜਦੋਂ ਪ੍ਰਮਾਤਮਾ ਸਿਰ ਤੇ ਖੜਾ ਹੋਵੇ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕਿੰਨੀ ਕਿਰਪਾ ਹਰ ਨਾਮ ਦੇ ਵਿੱਚ ਕਰਤਾ ਪੁਰਖ ਖਲੋਆ, ਵਾਰ ਨਾ ਵਿੰਗਾ ਹੋਆ। ਔਰ ਦੂਸਰੀ ਗੱਲ ਇਹ ਕਿ ਚਮਕੌਰ ਦੀ ਗੜੀ ਵਿੱਚ 2 ਕੀਮਤੀ ਚੀਜ਼ਾਂ ਇਸ ਵੇਲੇ ਮੌਜੂਦ ਨੇ, ਇੱਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਇੱਕ 5 ਪਿਆਰੇ ਵੀ ਉੱਥੇ ਨੇ। ਮਾਰੇ ਕਹਿੰਦੇ ਸਿੱਖੋ, ਕੱਲ ਉਹ ਦਿਨ ਹੈ, ਜਾਂ ਤਾਂ ਕੱਲ ਸਦਾ ਲਈ ਖਾਲਸਾ ਪੰਥ ਅਮਰ ਹੋ ਜਾਏਗਾ, ਤੇ ਜਾਂ ਕੱਲ ਸਦਾ ਲਈ ਖਾਲਸਾ ਪੰਥ ਮਿਟ ਜਾਏਗਾ। ਕੱਲ ਇਹ ਇਮਤਿਹਾਨ ਦੀ ਘੜੀ ਹੈ, ਕਿਉਂਕਿ 5 ਪਿਆਰੇ ਉੱਥੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉੱਥੇ ਨੇ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਮਨਸ਼ਾ ਨਾਲ ਇੱਥੇ ਆਏ ਆ, ਜਬ ਆਪ ਕੀ ਔਦ ਨਿਧਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਜਦੋਂ ਮੇਰਾ ਅੰਤਲਾ ਸਮਾਂ ਆਵੇ, ਮੇਰੀ ਇੱਛਾ ਹੈ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਵਾਂ। ਪਰ ਪਾਤਸ਼ਾਹ ਕਹਿੰਦੇ ਸਿੱਖੋ, ਤੁਹਾਡੇ ਕੋਲੇ ਜਿਹੜੀ ਇਸ ਵੇਲੇ ਸਭ ਤੋਂ ਵੱਡੀ ਤਾਕਤ ਹੈ, ਉਹ ਹੈ ਪਰਮੇਸ਼ਰ ਦਾ ਨਾਮ। ਤੁਸੀਂ 8 ਮਹੀਨੇ ਦੇ ਘੇਰੇ ਵਿੱਚ ਨਹੀਂ ਡੋਲੇ, ਇਸ ਕਰਕੇ ਨਹੀਂ ਡੋਲੇ, ਤੁਹਾਡੇ ਕੋਲੇ ਹੌਸਲਾ ਦੇਣ ਵਾਲੀ, ਅਡੋਲ ਰੱਖਣ ਵਾਲੀ ਧੁਰ ਕੀ ਬਾਣੀ ਸੀ। ਤੁਸੀਂ ਇਸ ਕਰਕੇ ਨਹੀਂ ਡੋਲੇ ਕਿਉਂਕਿ ਤੁਹਾਡੇ ਕੋਲੇ ਰੱਬੀ ਯਾਦ ਸੀ, ਪ੍ਰਮਾਤਮਾ ਦਾ ਨਾਮ ਸੀ।
ਉਹੀ ਬਾਣੀ ਤੇ ਉਹੀ ਰੱਬ ਦਾ ਨਾਮ ਅੱਜ ਵੀ ਤੁਹਾਡੇ ਕੋਲ ਹੈ। ਇਸ ਨਾਮ ਤੇ ਭਰੋਸਾ ਰੱਖਿਓ, ਪਰਮੇਸ਼ਰ ਤੇ ਭਰੋਸਾ ਰੱਖਿਓ। ਜੇ ਹੁਣ ਤੱਕ ਹਕੂਮਤ ਦੁਸ਼ਮਣ ਤੁਹਾਡਾ ਕੁਝ ਨਹੀਂ ਵਿਗਾੜ ਸਕੇ, ਤੁਸੀਂ ਰੱਬ ਦੇ ਚਰਨਾਂ 'ਚ ਅਰਦਾਸ ਕਰਕੇ ਨਿਕਲਿਓ, ਪਰਮਾਤਮਾ ਤੇ ਭਰੋਸਾ ਕਰਕੇ ਮੈਦਾਨੇ ਜੰਗ ਵਿੱਚ ਜਾਇਓ। ਇਹ ਪਰਮਾਤਮਾ ਕੱਲ ਵੀ ਤੁਹਾਡੇ ਨਾਲ ਅੰਗ ਸੰਗ ਹੋ ਕੇ ਤੁਹਾਡੀ ਹਿਫਾਜ਼ਤ ਕਰੇਗਾ। ਤੁਸੀਂ 1.25 ਲੱਖ ਤੇ ਭਾਰੂ ਪਾਓਗੇ, ਉਹ ਬਚਨੀ ਸੱਚ ਹੋ ਜਾਣਗੇ। 1.25 ਲੱਖ ਸੇ ਏਕ ਲੜਾਊ, ਤਵੇਂ ਗੋਬਿੰਦ ਸਿੰਘ ਨਾਮ ਕਹਾਊ। ਅੱਜ ਇਹ ਅਕਾਲ ਪੁਰਖ ਦੇ ਪੁਜਾਰੀ ਅਕਾਲੀਆਂ ਨੇ, ਪਰਮਾਤਮਾ ਦਾ ਨਾਮ ਜਪਣ ਵਾਲਿਆਂ ਨੇ, ਅਕਾਲ ਨੂੰ ਜਪਣ ਵਾਲਿਆਂ ਨੇ, ਜਿਹੜਾ 22 ਦਸੰਬਰ 8 ਪੋਹ ਨੂੰ ਅਦੁੱਤੀ ਜੰਗ ਲੜਿਆ, 10 ਲੱਖ ਦੀ ਫੌਜ ਦੇ ਛੱਕੇ ਚੜਾ ਦਿੱਤੇ। ਇੰਨੀ ਅਡੋਲਤਾ ਵਿੱਚ ਰਹੇ, ਇੱਕ ਵੀ ਕੋਈ ਘਬਰਾਇਆ ਨਹੀਂ, ਇੱਕ ਨੇ ਵੀ ਆਤਮ ਸਮਰਪਣ ਨਹੀਂ ਕੀਤਾ, ਇੱਕ ਵੀ ਡਰਿਆ ਨਹੀਂ, ਇੱਕ ਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹ ਨਹੀਂ ਕੀਤਾ, ਮਹਾਰਾਜ ਦੱਸੋ ਤਾਂ ਸਹੀ, ਅਸੀਂ 10 ਲੱਖ ਦਾ ਮੁਕਾਬਲਾ ਕਰਾਂਗੇ ਕਿਵੇਂ, ਅਸੀਂ 40 ਜਾਣੇ ਹੀ ਆ। ਸਭ ਨੇ ਇਹੀ ਕਿਹਾ ਕਿ ਪਹਿਲਾਂ ਮੈਨੂੰ ਜਾਣ ਦੀ ਆਗਿਆ ਦਿਓ, ਦੂਜਾ ਕਹਿੰਦਾ ਪਹਿਲਾਂ ਮੈਂ ਜਾਣਾ। ਗੁਰੂ ਸਾਹਿਬ ਦੇ ਸਾਹਿਬਜ਼ਾਦੇ ਕਹਿੰਦੇ ਅਸੀਂ ਜਾਣਾ। ਇੱਕ ਤੋਂ ਇੱਕ ਅੱਗੇ ਤੋਂ ਅੱਗੇ ਹੋ ਕੇ ਗਏ, ਲੜੇ, ਇਹੋ ਜੀ ਸ਼ਹਾਦਤਾਂ ਦੇ ਜਾਮ ਪੀਤੇ, ਔਰ ਇਹੋ ਜਿਹਾ ਅਸਾਵਾਂ ਜੰਗ ਇਸ ਦੁਨੀਆ ਦੇ ਤਖਤੇ ਤੇ ਲੜਿਆ ਗਿਆ ਜਿਹਦੀ ਅੱਜ ਤੱਕ ਦੁਨੀਆ ਦੀ ਹਿਸਟਰੀ 'ਚ ਮਿਸਾਲ ਨਹੀਂ ਕੋਈ। ਔਰ ਫਿਰ ਜਿਹਨੂੰ ਫੜਨ ਵਾਸਤੇ ਆਏ ਹੋਣ ਤੇ ਉਹ ਫਿਰ ਉੱਥੋਂ ਚਲਿਆ ਜਾਵੇ ਤੇ ਦੁਸ਼ਮਣ ਦੇ ਹੱਥ ਨਾ ਆਵੇ, ਇਹ ਸਭ ਤੋਂ ਵੱਡੀ ਜਿੱਤ ਸੀ। ਜਿੱਤ ਦਾ ਕਾਰਨ ਇਹ ਸੀ ਕਿਉਂਕਿ ਓਟ ਪਰਮਾਤਮਾ ਦੀ ਹੈ, ਆਸਰਾ ਪਰਮਾਤਮਾ ਦਾ। ਸਰਬੰਗ ਪ੍ਰਾਣੰ, ਜਿਹੜਾ ਪਰਮਾਤਮਾ ਸਰਬੰਗ ਪ੍ਰਾਣੰ, ਸਭ ਨੂੰ ਓਟ ਆਸਰਾ ਦੇਣ ਵਾਲਾ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕਹਿੰਦੇ ਭਾਈ ਮੈਂ ਤਾਂ ਹੁਣ 14 ਜੰਗਾਂ ਲੜੀਆਂ, ਉਹਦੇ ਆਸਰੇ ਤੇ ਲੜੀਆਂ, ਉਹਦੇ ਭਰੋਸੇ ਤੇ ਲੜੀਆਂ, ਉਹਦੇ ਤੇ ਓਟ ਰੱਖ ਕੇ ਉਹਦਾ ਆਸਰਾ ਲੈ ਕੇ ਲੜੀਆਂ। ਤੇ ਜਦੋਂ ਮੈਂ ਉਹਦੇ ਆਸਰੇ ਤੇ ਲੈ ਕੇ ਲੜਦਾ ਤੇ ਹਰ ਜੰਗ ਵਿੱਚ ਮੇਰੀ ਜਿੱਤ ਹੋਈ, ਪੰਥ ਦੀ ਹਰ ਜੰਗ ਵਿੱਚ ਜਿੱਤ ਹੋਈ, ਕਿਉਂਕਿ ਉਹ ਪਰਮਾਤਮਾ ਬੜਾ ਸਰਬ ਸ਼ਕਤੀਮਾਨ ਹੈ। ਉਹਦੀਆਂ ਤਾਕਤਾਂ ਅੱਗੇ ਹਰਨਾਕਸ਼ ਵਰਗਿਆਂ ਦੀਆਂ ਤਾਕਤਾਂ, ਔਰੰਗਜ਼ੇਬ ਵਰਗਿਆਂ ਦੀਆਂ ਤਾਕਤਾਂ, ਵੱਡੇ ਵੱਡੇ ਕੰਸ ਵਰਗਿਆਂ ਦੀਆਂ ਤਾਕਤਾਂ ਢਿੱਲੀਆਂ ਪੈ ਜਾਂਦੀਆਂ। ਰੱਬ ਐਡਾ ਸ਼ਕਤੀਸ਼ਾਲੀ ਹੈ। ਬਾਬਰ ਵਰਗਿਆਂ ਦੀਆਂ ਤਾਕਤਾਂ ਫਿੱਕੀਆਂ ਪੈ ਜਾਂਦੀਆਂ ਨੇ, ਉੱਥੇ ਐਡਾ ਸਰਬ ਸ਼ਕਤੀਮਾਨ ਹੈ। ਸਰਬੰਗ ਭੁਗਤਾ, ਭੁਗਤਾ ਦਾ ਅਰਥ ਹੈ ਹੁਕਮ ਕਰਨ ਵਾਲਾ। ਪਰਮਾਤਮਾ ਸਾਰਿਆਂ ਤੇ ਰਾਜ ਕਰ ਰਿਹਾ ਹੈ। ਸੰਸਾਰਕ ਤੌਰ ਤੇ ਇੱਥੇ ਦੇਸ਼ ਵੰਡੇ ਗਏ, ਦੇਸ਼ਾਂ ਦੇ ਹਿਸਾਬ ਨਾਲ ਰਾਜ ਭਾਗ ਵੰਡਿਆ ਗਿਆ, ਰਾਜ ਭਾਗ ਦੇ ਹਿਸਾਬ ਨਾਲ ਵੱਖ-ਵੱਖ ਰਾਜੇ ਆਏ, ਹਕੂਮਤਾਂ ਕਰਕੇ ਚਲੇ ਗਏ, ਕੋਈ ਸਦੀਵ ਕਾਲ ਨਹੀਂ ਟਿਕਿਆ। ਪਰ ਪਰਮਾਤਮਾ ਇੰਨਾ ਵੱਡਾ ਮਹਾਨ ਬਾਦਸ਼ਾਹ ਰਾਜਾ ਹੈ, ਸਾਰੀ ਸਲਤਨਤ, ਸਾਰੀ ਕਾਇਨਾਤ ਦੇ ਉੱਪਰ ਉਹ ਰਾਜ ਕਰ ਰਿਹਾ, ਔਰ ਉਹਦਾ ਰਾਜ ਜੁਗੋ ਜੁਗ ਅਟਲ ਹੈ। ਔਰ ਉਹਦੇ ਹੁਕਮ ਦੇ ਅੱਗੇ, ਇੱਥੇ ਸਰਕਾਰਾਂ ਦੇ ਹੁਕਮ ਦਾ ਕਈ ਵਾਰ ਲੋਕ ਨਹੀਂ ਮੰਨਦੇ। ਕੋਈ ਸਰਕਾਰ ਨੇ ਹੁਕਮ ਕੀਤਾ ਤੇ ਲੋਕਾਂ ਨੇ ਸੜਕਾਂ ਤੇ ਆ ਕੇ ਰੋਸ ਮੁਜ਼ਾਹਰੇ ਕੀਤੇ ਤੇ ਸਰਕਾਰਾਂ ਨੂੰ ਹੁਕਮ ਵਾਪਸ ਲੈਣਾ ਪਿਆ। ਲੋਕ ਕਹਿੰਦੇ ਅਸੀਂ ਨਹੀਂ, ਰੱਬ ਦੇ ਹੁਕਮ ਦੇ ਲਈ ਜਿੰਨੇ ਮਰਜ਼ੀ ਕੋਈ ਰੋਸ ਪ੍ਰਦਰਸ਼ਨ ਕਰੀ ਜਾਵੇ, ਉਹ ਆਪਣੇ ਫੈਸਲੇ ਨਹੀਂ ਬਦਲਦਾ, ਕਿਉਂਕਿ ਉਹ ਆਪ ਵੀ ਜੁਗੋ ਜੁਗ ਅਟਲ, ਉਹਦੇ ਫੈਸਲੇ ਵੀ ਜੁਗੋ ਜੁਗ ਅਟਲ। ਉਹਦਾ ਹੁਕਮ, ਉਹਦਾ ਨਿਯਮ, ਉਹਦਾ ਕਾਇਦਾ ਕਾਨੂੰਨ ਤਾਂ ਮੰਨਣਾ ਹੀ ਪੈਂਦਾ। ਭਾਵੇਂ ਕੋਈ ਰਾਵਣ ਹੋਵੇ, ਭਾਵੇਂ ਭਗਵਾਨ ਰਾਮ ਚੰਦਰ ਜੀ ਦੀ ਗੱਲ ਹੋਵੇ, ਤੇ ਭਾਵੇਂ ਕੰਸ ਜੀ ਦੀ ਗੱਲ, ਤੇ ਭਾਵੇਂ ਕ੍ਰਿਸ਼ਨ ਜੀ ਦੀ ਗੱਲ ਹੋਵੇ, ਉਹਦਾ ਹੁਕਮ ਸਭ ਨੂੰ ਮੰਨਣਾ ਪੈਂਦਾ। ਉਹਦੇ ਹੁਕਮ ਤੋਂ ਕੋਈ ਬਾਹਰ ਨਹੀਂ ਹੈ। ਸਰਬੰਗ ਭੁਗਤਾ, ਸਾਰਿਆਂ ਤੇ ਹੁਕਮ ਉਸ ਰੱਬ ਦਾ ਚੱਲ ਰਿਹਾ। ਸਰਬੰਗ ਜੁਗਤਾ, ਵਾਹਿਗੁਰੂ ਕੋਲ ਜੁਗਤੀ ਹੈ ਜਿਹੜੀ ਸਾਰਿਆਂ ਨਾਲ ਉਹ ਜੋੜਿਆ ਹੋਇਆ ਤੇ ਸਾਰਿਆਂ ਨੂੰ ਆਪਸ ਵਿੱਚ ਜੋੜ ਕੇ ਰੱਖਿਆ। ਕੋਈ ਵੀ ਜੀਵ ਇਹੋ ਜਿਹਾ ਨਹੀਂ ਜਿਹੜਾ ਪਰਮਾਤਮਾ ਨਾਲ ਨਾ ਜੁੜਿਆ ਹੋਵੇ, ਉਹ ਇੱਕ ਦੂਜੇ ਨਾਲ ਸੰਬੰਧ ਨਾ ਹੋਵੇ, ਸਭ ਨੂੰ ਉਹਨੇ ਜੋੜਿਆ। ਸਰਬੰਗ ਦੇਵੰ, ਸਾਰੇ ਦੇਵਤਿਆਂ ਦਾ ਦੇਵਤਾ ਹੈ ਪਰਮਾਤਮਾ। 33 ਕਰੋੜ ਦੇਵਤਿਆਂ ਦਾ ਜ਼ਿਕਰ ਹੈ, ਚਲੋ ਹੈ ਤਾਂ ਉਹ 33 ਕਰੋੜ ਦੇਵਤੇ ਵੀ ਉਸ ਪਰਮਾਤਮਾ ਨੂੰ ਮੰਨ ਰਹੇ ਆ, ਸਾਰੇ ਉਹਦੀ ਪੂਜਾ ਕਰ ਰਹੇ ਆ। ਰੱਬ ਸਭ ਤੋਂ ਵੱਡਾ ਦੇਵਤਾ ਹੈ, ਦੇਵ ਵਾਲਿਆ, ਉਹ ਪ੍ਰਕਾਸ਼ ਰੂਪ ਹੈ। ਪਰਮਾਤਮਾ ਜਿਹਦੇ ਅੰਦਰ ਪ੍ਰਗਟ ਹੁੰਦਾ, ਉਹ ਇੱਕ ਪ੍ਰਕਾਸ਼ ਰੂਪ ਵਿੱਚ ਹੀ ਪ੍ਰਗਟ ਹੁੰਦਾ, ਉਹ ਆਪਣਾ ਦੀਵਾ ਜਗਾਉਂਦਾ। ਦੇਵਤੇ ਦਾ ਅਰਥ ਹੈ ਜਿਹਦੇ ਅੰਦਰ ਦੀਵਾ ਜਗ ਪਿਆ, ਉਹ ਮਹਾਨ ਦੇਵਤਾ ਹੈ। ਸਰਬੰ ਭੇਵੰ, ਪਰਮਾਤਮਾ ਸਾਡੇ ਸਾਰਿਆਂ ਦੇ ਮਨਾਂ ਦੀ ਜਾਣਦਾ ਹੈ, ਪਰ ਰੱਬ ਦਾ ਭੇਦ ਕਿਸੇ ਕੋਲੇ ਨਹੀਂ। ਰੱਬ ਦਾ ਭੇਦ ਕਿਸੇ ਕੋਲੇ ਨਹੀਂ। ਸਰਬੰ ਕਾਲੇ, ਵਾਹਿਗੁਰੂ ਸਾਰਿਆਂ ਦਾ ਕਾਲ ਵੀ ਹੈ, ਸਾਰਿਆਂ ਨੂੰ ਜੇ ਜਨਮ ਦਿੰਦਾ ਪਾਲਦਾ ਤੇ ਸਾਰਿਆਂ ਨੂੰ ਮਾਰ ਵੀ ਦਿੰਦਾ। ਕੋਈ ਅਜਿਹਾ ਸਰੀਰ ਨਹੀਂ ਜਿਹੜਾ ਆਇਆ ਹੋਵੇ ਤੇ ਸਦਾ ਲਈ ਸਰੀਰ ਕਰਕੇ ਰਿਹਾ ਹੋਵੇ। ਸਮਾਂ ਅੰਤ ਦਾ ਅੰਤ ਜਦੋਂ ਆਉਂਦਾ ਹੈ, ਜਿਵੇਂ ਯੁੱਗ ਭਾਵੇਂ ਕੋਈ 4 ਲੋਕੋ, ਭਾਵੇਂ ਕੋਈ 4 ਯੁੱਗਾਂ ਦੀ ਉਮਰ, ਜੇ ਯੁੱਗ 4 ਅਰਜਾ ਹੋਰ ਦੁਸ਼ਮਣੀ ਹੋਏ, ਕੋਈ 40 ਯੁੱਗਾਂ ਦੀ ਉਮਰ ਵੀ ਕਰ ਲਵੇ, ਪਰ ਮੌਤ ਨੇ ਤਾਂ ਵੀ ਆਉਣਾ ਹੈ। ਪਰਮਾਤਮਾ ਐਡਾ ਬਿਆੰਤ ਹੈ। ਸਰਬੰਗ ਪਾਲੇ, ਜਿਹੜਾ ਪਰਮਾਤਮਾ ਹੈ ਭਾਈ, ਉਹ ਸਾਰਿਆਂ ਦੀ ਪਾਲਣਾ ਵੀ ਕਰਦਾ ਹੈ। ਜੇ ਜਨਮ ਦਿੰਦਾ ਹੈ, ਜੇ ਉਹ ਮੌਤ ਦਿੰਦਾ ਹੈ, ਤੇ ਸਾਰਿਆਂ ਦੀ ਪਾਲਣਾ ਵੀ ਉਹੀ ਕਰ ਰਿਹਾ। ਇਸ ਲਈ ਸਾਨੂੰ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ। ਜੇ ਉਹਦਾ ਹੁਕਮ ਸਾਰਿਆਂ ਤੇ ਚੱਲਦਾ ਹੈ,
ਸਾਰਿਆਂ ਨੂੰ ਪੈਦਾ ਕਰਨ ਵਾਲਾ, ਰਿਜ਼ਕ ਦੇਣ ਵਾਲਾ, ਪਾਲਣਾ ਕਰਨ ਵਾਲਾ ਉਹੀ ਹੈ। ਸਾਡੇ ਅੰਗ ਸੰਗ ਵੀ ਉਹੀ ਹੈ। ਹਰ ਪਾਸੇ ਉਹਦਾ ਹੁਕਮ ਵਰਤ ਰਿਹਾ ਤੇ ਉਸ ਪਰਮਾਤਮਾ ਨਾਲ ਜੁੜਿਆ ਹੀ ਸਾਡੇ ਜੀਵਨ ਵਿੱਚ ਸੁੱਖ ਆਉਣੇ। ਸਾਡਾ ਜੀਵਨ ਸੁਖਮਈ ਬਣ ਜਾਏਗਾ। ਜੋ ਕੁਝ ਵੀ ਹੈ ਸਾਡੇ ਕੋਲ, ਇਹਦੇ ਵਿੱਚ ਹੀ ਸਾਡਾ ਜੀਵਨ ਬੜਾ ਆਨੰਦਦਾਇਕ, ਸੁਖਦਾਇਕ ਹੋ ਜਾਏਗਾ। ਜੇ ਸਾਡੇ ਕੋਲੇ ਰੱਬੀ ਯਾਦ ਨਹੀਂ, ਫਿਰ ਦੁਨੀਆ ਦਾ ਜਿੰਨਾ ਕੁਝ ਮਰਜ਼ੀ ਅਸੀਂ ਪਦਾਰਥਾਂ ਦੇ ਵਿੱਚ ਇਕੱਠਾ ਕਰ ਲਈਏ, ਉਹਨੇ ਸੁੱਖ ਨਹੀਂ ਦੇਣਾ। ਉਹ ਤਾਂ ਅਸੀਂ ਆਪ ਹੀ ਇੱਕ ਮੱਕੜ ਜਾਲ ਤਿਆਰ ਕਰ ਲਾਂਗੇ ਤੇ ਉਸ ਜਾਲ ਵਿੱਚ ਫਸ ਕੇ ਇੱਕ ਦਿਨ ਬੰਦਾ ਆਪ ਹੀ ਉਲਝ ਜਾਂਦਾ ਹੈ, ਆਪ ਹੀ ਮਰ ਜਾਂਦਾ ਹੈ। ਸੁਖੀ ਹੋਣਾ ਚਾਹੁੰਦੇ ਹੋ, ਆਤਮਿਕ ਸੁੱਖ ਚਾਹੁੰਦੇ ਹੋ, ਜੀਵਨ 'ਚ ਖੇੜਾ ਚਾਹੁੰਦੇ ਹੋ, ਚਿਹਰੇ ਤੇ ਨੂਰ ਚਾਹੁੰਦੇ ਹੋ, ਚਿਹਰੇ ਤੇ ਜਮਾਲ ਤੇ ਜਲਾਲ ਚਾਹੁੰਦੇ ਹੋ, ਤਾਂ ਰੱਬੀ ਯਾਦ ਨਾਲ ਜੁੜੋ, ਪਰਮੇਸ਼ਰ ਦੇ ਨਾਮ ਨਾਲ ਜੁੜੋ, ਜਿਸ ਨਾਮ ਨੂੰ ਜਪ ਕੇ ਇਹ ਜੀਵਨ ਲੋਕ ਸੁਖੀਏ। ਪਰਲੋਕ ਸੁਹੇਲੇ ਨਾਨਕ ਹਰ ਪ੍ਰਭ, ਆਪੇ ਮੇਲੇ ਦੇ ਭਾਗੀ ਬਣੀਏ। ਪ੍ਰਮਾਤਮਾ ਤੋਂ ਹੀ ਓਟ ਆਸਰਾ ਪ੍ਰਮਾਤਮਾ ਦਾ ਹੀ ਮੰਗੋ। ਵਾਹਿਗੁਰੂ ਨੂੰ ਕਹੋ ਕਿ ਪਾਤਸ਼ਾਹ ਤੁਸੀਂ ਸਾਡੇ ਅੰਗ ਸੰਗ ਰਹੋ, ਸਾਡੇ ਕਾਰਜ ਸਾਰੇ ਤੁਸੀਂ ਸਵਾਰਨੇ ਆ, ਸਾਡਾ ਤੁਹਾਡੇ ਤੋਂ ਬਿਨਾਂ ਕੋਈ ਹੋਰ ਨਹੀਂ, ਤੇ ਅਕਾਲ ਪੁਰਖ ਸਾਡੇ ਅੰਗ ਸੰਗ ਹਰ ਵੇਲੇ ਰਹਿਣਗੇ, ਸਾਡੇ ਕਾਰਜ ਰਾਸ ਕਰਨਗੇ, ਤੇ ਇਹੀ ਜੀਵਨ ਸਾਡਾ ਬੜਾ ਸੁੱਖਾਂ ਨਾਲ ਭਰਿਆ ਬਣ ਜਾਏਗਾ। ਤੋਂ ਹਰ ਵੇਲੇ ਰੱਬੀ ਯਾਦ ਔਰ ਸ਼ੁਕਰਾਨੇ ਵਿੱਚ ਜੁੜਨ ਦੀ ਕੋਸ਼ਿਸ਼ ਕਰੋ। ਸਾਡਾ ਹਰ ਪਲ, ਹਰ ਸਵਾਸ ਪ੍ਰਮਾਤਮਾ ਦੀ ਯਾਦ ਵਿੱਚ ਬਤੀਤ ਹੋਵੇ ਤੇ ਅਸੀਂ ਮਾਣ ਨਾਲ ਕਹਿ ਸਕੀਏ ਸਾਡਾ ਜੀਵਨ ਅਸੀਂ ਸਫਲ ਕਰਕੇ ਚੱਲੇ। ਇੰਨੀਆਂ ਬੇਨਤੀਆਂ ਪ੍ਰਵਾਨ, तमाम ਭੁੱਲਾਂ ਚੁੱਕਾਂ ਦੀ ਖਿਮਾ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ, ਸਾਹਿਬ ਸਿਉ ਮੇਲ। ਆਓ ਸਾਰੀ ਸੰਗਤ ਆਨੰਦ ਸਾਹਿਬ ਦੀ ਬਾਣੀ 'ਚ ਰਸਨਾ ਪਵਿੱਤਰ ਕਰਿਓ ਜੀ।